ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 4 ਜੁਲਾਈ ਹੈ ਤੇ ਦਿਨ ਐਤਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਾਂਗੇ ਕਿ ਕੱਲ ਦਿੱਲੀ ਤੋਂ ਪੰਜਾਬ ਤੱਕ ਮੀਂਹ ਪਿਆ ਹੈ। ਕੱਲ ਦੀ ਰਾਤ ਤੋਂ ਲੈ ਕੇ ਕੱਲ ਪੂਰੇ ਦਿਨ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਲਗਾਤਾਰ ਪੈਂਦਾ ਰਿਹਾ। ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਤਾਪਮਾਨ ਹੈ ਜਿਹੜਾ ਉਹ 3 ਤੋਂ 4 ਡਿਗਰੀ ਥੱਲੇ ਡਿੱਗ ਗਿਆ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 5 ਦਿਨਾਂ ਤੱਕ ਮੌਨਸੂਨ ਦੇ ਸਰਗਰਮ ਹੋਣ ਵਾਲੇ ਹਾਲਾਤ ਬਣ ਸਕਦੇ ਨੇ। ਮੌਸਮ ਖੁਸ਼ਗਵਾਰ ਰਹਿ ਸਕਦਾ ਹੈ ਪਰ ਮੌਨਸੂਨ ਦੇ ਆਉਣ ਦਾ ਹਾਲੇ ਵੀ ਕੋਈ ਪੱਕਾ ਸਮਾਂ ਮੌਸਮ ਵਿਭਾਗ ਨੂੰ ਵੀ ਨਹੀਂ ਪਤਾ ਲੱਗਿਆ। ਹਾਲਾਂਕਿ ਮੌਸਮ ਵਿਭਾਗ ਨੇ 1 ਤੋਂ 12 ਜੁਲਾਈ ਤੱਕ ਗਰਮ ਹਵਾਵਾਂ ਚੱਲਣ ਦਾ ਅਲਰਟ ਜਾਰੀ ਕਰ ਦਿੱਤਾ ਸੀ ਉੱਤਰੀ ਭਾਰਤ ਦੇ ਵਿੱਚ, ਪਰ ਕੁਦਰਤ ਨੇ ਮੀਂਹ ਵਰਸਾ ਦਿੱਤਾ ਹੈ ਤੇ ਕੁਝ ਥਾਵਾਂ ਤੇ ਤਾਪਮਾਨ ਹੈ ਜਿਹੜਾ ਉਹ 3 ਤੋਂ 4 ਡਿਗਰੀ ਸੈਲਸੀਅਸ ਤੱਕ ਥੱਲੇ ਆ ਗਿਆ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪਿਆ ਹੈ ਤੇ ਅੱਜ ਦੇ ਦਿਨ ਦਾ ਪੂਰੇ ਪੰਜਾਬ ਦਾ ਮੌਸਮ ਅਸੀਂ ਤੁਹਾਨੂੰ ਸਵੇਰੇ 9 ਵਜੇ ਦੇ ਬੁਲੇਟਿਨ ਦੇ ਵਿੱਚ ਦੱਸਾਂਗੇ। ਕਿਸਾਨਾਂ ਦੇ ਸੰਘਰਸ਼ ਦਰਮਿਆਨ ਕੇਂਦਰ ਸਰਕਾਰ ਨੇ ਦਾਲਾਂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਥੋਕ ਵਿਕਰੇਤਾਵਾਂ, ਪਰਚੂਨ ਵਿਕਰੇਤਾਵਾਂ, ਮਿਲ ਮਾਲਕਾਂ ਤੇ ਦਰਾਮਦਕਾਰਾਂ ਦੇ ਲਈ ਦਾਲਾਂ ਦੀ ਸਟਾਕ ਸੀਮਾ ਲਾਗੂ ਕਰ ਦਿੱਤੀ ਹੈ। ਮੋਰਚੇ ਨੇ ਕਿਹਾ ਕਿ ਭਾਰਤ ਸਰਕਾਰ ਦੇ ਵੱਲੋਂ ਦਾਲਾਂ ਦੇ ਭੰਡਾਰ ਦੀ ਹੱਦ ਤੈਅ ਕਰਨ ਦੇ ਨਾਲ ਕਿਸਾਨ ਇੱਥੇ ਸਹੀ ਸਾਬਤ ਹੋਏ ਨੇ। ਕਿਸਾਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ 8 ਜੁਲਾਈ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਕਿਸਾਨ ਸੜਕਾਂ ਕੰਢੇ ਵਾਹਨ ਖੜੇ ਕਰਕੇ ਤੇ ਖਾਲੀ ਗੈਸ ਸਿਲੰਡਰਾਂ ਨੂੰ ਹੱਥਾਂ ਵਿੱਚ ਫੜ ਕੇ ਮਹਿੰਗਾਈ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਹਰਾ ਕਰਨਗੇ। 8 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰੇ 12 ਵਜੇ ਤੱਕ ਕੌਮੀ ਪੱਧਰ ਤੇ ਹੋਣ ਵਾਲੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨਾਂ ਨੇ ਸਭ ਨੂੰ ਸੱਦਾ ਦਿੱਤਾ ਹੈ ਕਿਉਂਕਿ ਇਹ ਸਾਰੇ ਰੋਸ ਪ੍ਰਦਰਸ਼ਨ ਮਹਿੰਗਾਈ ਦੇ ਖਿਲਾਫ ਕੀਤੇ ਜਾਣਗੇ ਤੇ ਸ਼ਾਂਤਮਈ ਹੋਣਗੇ। ਕੱਲ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਮੋਹਾਲੀ ਦੇ ਸਿੰਘ ਸ਼ਹੀਦਾਂ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਇਆ। ਬਹੁਤ ਹੀ ਵੱਡਾ ਕਾਫਲਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਾਹਨ ਸ਼ਾਮਲ ਸਨ ਅਤੇ ਲੋਕ ਇਹਨਾਂ ਵਾਹਨਾਂ ਤੇ ਸਵਾਰ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਵੱਲ ਨੂੰ ਰਵਾਨਾ ਹੋਏ। ਕੱਲ ਰੂਪਨਗਰ ਦੇ ਵਿੱਚ ਕਿਸਾਨਾਂ ਨੇ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਦਾ ਵਿਰੋਧ ਕੀਤਾ। ਇਸ ਵਿਰੋਧ ਦੇ ਦਰਮਿਆਨ ਅਕਾਲੀ ਆਗੂ ਦੇ ਸਾਥੀਆਂ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਧੱਕਾ ਮੁੱਕੀ ਵੀ ਹੋਈ। ਇਸ ਵਿਰੋਧ ਤੋਂ ਬਾਅਦ ਡਾਕਟਰ ਚੀਮਾ ਨੇ ਕਿਹਾ ਕਿ ਵਿਰੋਧ ਕਿਸਾਨ ਜਥੇਬੰਦੀਆਂ ਦਾ ਨਹੀਂ ਹੈ ਬਲਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨ ਸ਼ਾਮਲ ਸਨ। ਚੀਮਾ ਨੇ ਕਿਹਾ ਕਿ ਕਿਸਾਨ ਲੀਡਰਾਂ ਨੇ ਇਹ ਐਲਾਨ ਕਰ ਚੁੱਕੇ ਨੇ ਕਿਸਾਨ ਲੀਡਰ ਕਿ ਉਹ ਬੀਜੇਪੀ ਅਤੇ ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਨਗੇ। ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫਿਆਂ ਦੀ ਮੰਗ ਲਈ ਲਾਏ ਪੱਕੇ ਮੋਰਚੇ ਵਿੱਚ ਸ਼ਾਮਲ ਇੱਕ ਕਿਸਾਨ ਤੇ ਲੰਘੀ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰਕੇ ਕਿਸਾਨ ਨੂੰ ਜ਼ਖਮੀ ਕਰ ਦਿੱਤਾ। ਕਿਸਾਨ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ। ਹਮਲੇ ਤੋਂ ਬਾਅਦ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਇਨਸਾਫ ਮੰਗਿਆ। ਪੁਲਿਸ ਨੇ ਕਾਰਵਾਈ ਦਾ ਭਰੋਸਾ ਵੀ ਦਿੱਤਾ। ਪੰਜਾਬ ਦੇ ਵਿੱਚ ਬਿਜਲੀ ਕੱਟਾਂ ਤੋਂ ਹਾਲੇ ਕਈ ਥਾਈਂ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ। ਕੱਲ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕੈਪਟਨ ਦੀ ਰਿਹਾਇਸ਼ ਘੇਰਨ ਜਾਂਦਿਆਂ ਆਪ ਲੀਡਰਾਂ ਦੇ ਉੱਤੇ ਪਾਣੀ ਦੀਆਂ ਤਿੱਖੀਆਂ ਬੁਛਾੜਾਂ ਮਾਰੀਆਂ ਗਈਆਂ। ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਦਰਮਿਆਨ 3 ਵਰਕਰ ਬੇਹੋਸ਼ ਵੀ ਹੋਏ। ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਮੀਤ ਹੇਅਰ ਸਣੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਥਾਣਿਆਂ ਦੇ ਵਿੱਚ ਡੱਕਿਆ ਪਰ ਬਾਅਦ ਵਿੱਚ ਛੱਡ ਦਿੱਤਾ ਸੀ। ਭਗਵੰਤ ਮਾਨ ਨੇ ਬਿਜਲੀ ਸੰਕਟ ਲਈ ਬਾਦਲ ਤੇ ਕੈਪਟਨ ਦੋਵਾਂ ਨੂੰ ਜ਼ਿੰਮੇਵਾਰ ਦੱਸਿਆ। ਉਧਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਦੇ ਵੱਲੋਂ ਕੀਤੇ ਗਏ ਬਿਜਲੀ ਖਰੀਦ ਸਮਝੌਤੇ ਪਹਿਲਾਂ ਹੀ ਸਮੀਖਿਆ ਅਧੀਨ ਹਨ ਅਤੇ ਸਰਕਾਰ ਵੱਲੋਂ ਇਹਨਾਂ ਸਮਝੌਤਿਆਂ ਕਾਰਨ ਸੂਬੇ ਤੇ ਵਾਧੂ ਵਿੱਤੀ ਬੋਝ ਦੀ ਰੋਕਥਾਮ ਲਈ ਜਲਦ ਹੀ ਕਾਨੂੰਨੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਪਾਵਰਕਾਮ ਨੇ ਇਸ ਦਰਮਿਆਨ 1000 ਮੈਗਾਵਾਟ ਬਿਜਲੀ ਖਰੀਦਣ ਦਾ ਦਾਅਵਾ ਕੀਤਾ ਹੈ। ਉਧਰ ਕਿਸਾਨਾਂ ਦੇ ਵੱਲੋਂ ਵੀ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਕੈਪਟਨ ਨੂੰ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇ 5 ਜੁਲਾਈ ਤੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਖੇਤਾਂ ਤੱਕ ਬਿਜਲੀ ਪਹੁੰਚਦੀ ਨਾ ਕੀਤੀ ਨਿਰਵਿਘਨ 8 ਘੰਟੇ ਤਾਂ 6 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਕਹਿੰਦੇ ਬਿਜਲੀ ਦੇ ਬਿੱਲ ਦਾ ਬਕਾਇਆ ਤਾਰ ਦਿੱਤਾ ਹੈ। ਸਿੱਧੂ ਦੇ ਸਮਰਥਕ ਰਾਜੀ ਮਹਾਜਨ ਨੇ ਦਾਅਵਾ ਕੀਤਾ ਹੈ ਕਿ ਜੋ ਬਕਾਇਆ ਪਾਵਰਕਾਮ ਵੱਲ ਖੜਾ ਸੀ ਉਸ ਨੂੰ ਸਿੱਧੂ ਪਰਿਵਾਰ ਨੇ ਕੱਲ ਤਾਰ ਦਿੱਤਾ। ਇਸੇ ਦਰਮਿਆਨ ਨਵਜੋਤ ਕੌਰ ਸਿੱਧੂ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਕਿ ਬਿਜਲੀ ਦਾ ਬਿੱਲ ਕਿਉਂ ਨਹੀਂ ਭਰਿਆ ਗਿਆ ਸੀ। ਇਸ ਦਰਮਿਆਨ ਸੁਖਬੀਰ ਬਾਦਲ ਤੇ ਨਵਜੋਤ ਕੌਰ ਸਿੱਧੂ ਨੇ ਤਿੱਖੇ ਨਿਸ਼ਾਨੇ ਲਾਏ ਕਿ ਹੈ ਪੰਜਾਬ ਨੂੰ ਲੁੱਟਣ ਵਾਲੇ ਸਾਡੇ ਤੇ ਵੀ ਉਂਗਲਾਂ ਚੱਕ ਰਹੇ ਨੇ। ਕੱਲ ਪਟਿਆਲਾ ਦੇ ਵਿੱਚ ਕੈਪਟਨ ਦੀ ਰਿਹਾਇਸ਼ ਘੇਰਨ ਪਹੁੰਚੇ ਨੇਤਰਹੀਣਾਂ ਨੇ YPS ਚੌਂਕ ਤੇ ਧਰਨਾ ਲਾਇਆ। ਪੁਲਿਸ ਨੇ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਸਿੱਖਿਆ ਸਕੱਤਰ ਦੇ ਨਾਲ 5 ਜੁਲਾਈ ਯਾਨੀ ਕਿ ਕੱਲ ਨੂੰ ਮੀਟਿੰਗ ਤੈਅ ਕਰਵਾਈ ਗਈ ਹੈ। ਨੇਤਰਹੀਣਾਂ ਨੇ ਨੌਕਰੀ ਦੀ ਮੰਗ ਲਈ ਕੈਪਟਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਫਾਜ਼ਿਲਕਾ ਦੇ ਪਿੰਡ ਖੂਹੀ ਖੇੜਾ ਦੇ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪਿੰਡ ਵਾਸੀਆਂ ਨੇ ਕੱਲ ਤਿੱਖਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ ਤੇ ਇਸੇ ਦਰਮਿਆਨ ਇੱਕ ਪੰਚਾਇਤ ਮੈਂਬਰ ਨੇ ਜਦੋਂ ਸਵਾਲ ਪੁੱਛਿਆ ਤਾਂ ਵਿਧਾਇਕ ਦੇ ਗਨਮੈਨ ਨੇ ਉਸ ਨੂੰ ਥੱਪੜ ਤੱਕ ਮਾਰ ਦਿੱਤਾ। ਸਥਿਤੀ ਤਣਾਅਪੂਰਨ ਬਣ ਗਈ ਸੀ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ ਸੀ। ਮੋਗਾ ਦੇ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਕੁੱਸਾ ਦੇ ਵਿੱਚ ਕੱਲ ਕਿਸਾਨਾਂ ਨੇ ਕਾਂਗਰਸ ਦੀ ਹਲਕਾ ਇੰਚਾਰਜ ਵੱਲੋਂ ਰੱਖਿਆ ਵਿਕਾਸ ਕਾਰਜਾਂ ਦਾ ਉਦਘਾਟਨੀ ਪੱਥਰ ਚੰਦ ਮਿੰਟਾਂ ਬਾਅਦ ਹੀ ਤੋੜ ਦਿੱਤਾ ਸੀ। ਕਿਸਾਨਾਂ ਨੇ ਕਿਹਾ ਕਿ ਸਿਆਸੀ ਰੋਟੀਆਂ ਸੇਕਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਕੰਮ ਨਹੀਂ ਕਰਦੇ, ਸਿਰਫ ਆਪਣੀਆਂ ਰੋਟੀਆਂ ਸੇਕਦੇ ਨੇ ਕਿਉਂਕਿ ਚੋਣਾਂ ਨੇੜੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਕੱਚੇ ਅਧਿਆਪਕਾਂ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਉਹ ਅੱਜ 19ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਕੱਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸੜਕਾਂ ਤੇ ਕੱਚੇ ਅਧਿਆਪਕਾਂ ਨੇ ਰੋਸ ਮਾਰਚ ਕੱਢਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਧਿਆਪਕਾਂ ਨੂੰ ਸਮਰਥਨ ਦਿੱਤਾ ਕਿ ਜਦੋਂ ਵੀ ਅਧਿਆਪਕ ਆਪਣਾ ਵੱਡਾ ਸੰਘਰਸ਼ ਕਰਨਗੇ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਬਿਆਸ ਤੋਂ ਬਾਅਦ ਸੁਖਬੀਰ ਬਾਦਲ ਕੱਲ ਹੋਰ 3 ਥਾਵਾਂ ਤੇ ਨਾਜਾਇਜ਼ ਮਾਈਨਿੰਗ ਵਾਲੇ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ। ਜਿਵੇਂ ਸੁਖਬੀਰ ਪਹੁੰਚਦੇ ਸੀ ਮਾਈਨਿੰਗ ਕਰਨ ਵਾਲੇ ਉੱਥੋਂ ਦੌੜ ਜਾਂਦੇ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਨਾਜਾਇਜ਼ ਖਨਨ ਦੇ ਕਾਰਨ ਮੁਕੇਰੀਆਂ ਇਲਾਕੇ ਦੇ 10 ਪਿੰਡ ਤਬਾਹ ਹੋ ਗਏ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। 4 ਜੁਲਾਈ ਐਤਵਾਰ ਨੂੰ ਪੰਜਾਬ ਦੇ ਇੱਕ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਲੋਕਡਾਊਨ ਨਹੀਂ ਲੱਗੇਗਾ। ਬਾਕੀ ਪੂਰੇ ਪੰਜਾਬ ਦੇ ਵਿੱਚ ਲੋਕਡਾਊਨ ਐਤਵਾਰ ਦਾ ਹਾਲੇ ਲਾਗੂ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਹੈ। ਹਾਲਾਂਕਿ ਬਹੁਤ ਸਾਰੀਆਂ ਰਾਹਤਾਂ ਨੇ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਸੀ ਪਿਛਲੇ ਦਿਨਾਂ ਦੇ ਵਿੱਚ। 10 ਜੁਲਾਈ ਤੱਕ ਪਾਬੰਦੀਆਂ ਨੂੰ ਵਧਾਉਣ ਦੇ ਨਾਲ-ਨਾਲ ਕੁਝ ਰਾਹਤਾਂ ਭਰੇ ਐਲਾਨ ਵੀ ਕੀਤੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਯੂਨੀਵਰਸਿਟੀਆਂ ਖੋਲਣ ਦਾ ਐਲਾਨ, ਰੈਸਟੋਰੈਂਟ, ਬਾਰ, ਪੱਬ ਅਹਾਤੇ 50% ਖੋਲਣ ਦਾ ਐਲਾਨ ਤੇ ਇਸ ਦੇ ਨਾਲ ਆਇਲਟਸ ਸੈਂਟਰ ਤਾਂ ਉਸ ਤੋਂ ਵੀ ਪਹਿਲਾਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਸੀ। ਤੇ ਹੁਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਐਤਵਾਰ ਨੂੰ ਵੀ ਸਾਰੀਆਂ ਦੁਕਾਨਾਂ ਖੁੱਲ ਸਕਣਗੀਆਂ ਸ਼ਾਮ ਨੂੰ 7 ਵਜੇ ਤੱਕ, ਯਾਨੀ ਕਿ ਮੋਹਾਲੀ ਸ਼ਹਿਰ ਦੇ ਵਿੱਚ ਲੋਕਡਾਊਨ ਨਹੀਂ ਹੈ। ਪੰਜਾਬ ਦੇ ਵਿੱਚ ਬਿਜਲੀ ਦੇ ਕੱਟ ਲਗਾਤਾਰ ਜਾਰੀ ਨੇ। ਖੇਤਾਂ ਨੂੰ ਵੀ 8 ਘੰਟੇ ਲਗਾਤਾਰ ਜਿਹੜੀ ਬਿਜਲੀ ਹੈ ਉਹ ਨਹੀਂ ਮਿਲ ਪਾ ਰਹੀ, ਪਰ ਮੌਸਮ ਜ਼ਰੂਰ ਮਿਹਰਬਾਨ ਹੋਇਆ। ਸਰਕਾਰਾਂ ਦੇ ਹੱਥ ਵਿੱਚ ਤਾਂ ਸ਼ਾਇਦ ਕੁਝ ਨਹੀਂ ਹੈ ਕਿਉਂਕਿ ਪ੍ਰਬੰਧ ਜੇ ਪਹਿਲਾਂ ਕੀਤੇ ਹੁੰਦੇ ਤਾਂ ਸ਼ਾਇਦ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈਂਦਾ, ਪਰ ਮੌਸਮ ਹੈ ਜਿਹੜਾ ਉਹ ਮਿਹਰਬਾਨ ਹੋਇਆ। ਮੌਸਮ ਦੇ ਵਿੱਚ ਥੋੜੀ ਠੰਡਕ ਆਈ ਹੈ। ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ ਵੀ ਤਕਰੀਬਨ ਠੀਕ ਰਿਹਾ ਹੈ। ਹਾਲਾਂਕਿ ਇਹ ਨਹੀਂ ਕਿ ਗਰਮੀ ਖਤਮ ਹੋ ਗਈ, ਪਰ ਮੀਂਹ ਜਦੋਂ ਪੈਂਦਾ ਹੈ ਥੋੜੇ ਛਿੱਟੇ ਪੈ ਜਾਂਦੇ ਨੇ ਧਰਤੀ ਦੇ ਉੱਤੇ ਮੀਂਹ ਦੇ, ਤਾਂ ਮੌਸਮ ਥੋੜਾ ਠੀਕ ਜ਼ਰੂਰ ਹੋ ਜਾਂਦਾ ਹੈ। ਹਵਾ ਕਿਤੇ ਨਾ ਕਿਤੇ ਚੱਲਦੀ ਰਹੀ, ਕਿਤੇ ਨਾ ਕਿਤੇ ਤੇਜ਼ ਹਵਾਵਾਂ ਵੀ ਚੱਲੀਆਂ ਪੰਜਾਬ ਦੇ ਵਿੱਚ। ਰਾਤ ਨੂੰ ਕਈ ਸ਼ਹਿਰਾਂ ਦੇ ਵਿੱਚ ਮੀਂਹ ਹੈ ਜਿਹੜਾ ਉਹ ਪਿਆ ਤੇ ਲੋਕ ਥੋੜੀ ਰਾਹਤ ਮਹਿਸੂਸ ਕਰ ਰਹੇ ਨੇ। ਪੰਜਾਬ ਦੇ ਵਿੱਚ ਬਿਜਲੀ ਸੰਕਟ ਦਰਮਿਆਨ ਉਦਯੋਗਿਕ ਇਕਾਈਆਂ ਨੇ ਜਿਹੜੀਆਂ ਉਹ 3 ਦਿਨ ਹੋਰ ਬੰਦ ਰਹਿਣਗੀਆਂ। ਪਹਿਲਾਂ ਇਹਨਾਂ ਨੂੰ 2 ਦਿਨ ਲਈ ਬੰਦ ਕੀਤਾ ਗਿਆ ਸੀ 3 ਜੁਲਾਈ ਤੱਕ, ਪਰ ਹੁਣ 3 ਦਿਨ ਲਈ ਹੋਰ ਵਧਾ ਦਿੱਤਾ ਗਿਆ, ਯਾਨੀ ਕਿ ਐਤਵਾਰ, ਸੋਮਵਾਰ ਤੇ ਮੰਗਲਵਾਰ ਤੱਕ ਹੁਣ ਜਿਹੜੀਆਂ ਉਦਯੋਗਿਕ ਇਕਾਈਆਂ ਨੇ ਜਿੱਥੇ ਊਰਜਾ ਦੀ ਖਪਤ ਹੈ ਜ਼ਿਆਦਾ ਹੁੰਦੀ ਹੈ ਉਹ ਬੰਦ ਰਹਿਣਗੀਆਂ ਤਾਂ ਕਿ ਲੋੜੀਂਦੇ ਥਾਵਾਂ ਦੇ ਉੱਤੇ ਪੂਰਤੀ ਹੈ ਜਿਹੜੀ ਬਿਜਲੀ ਦੀ ਉਹ ਕੀਤੀ ਜਾ ਸਕੇ, ਖੇਤੀ ਖੇਤਰ ਨੂੰ ਦਿੱਤੀ ਜਾ ਸਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਦਿੱਤੀ ਜਾ ਸਕੇ। ਲੁਧਿਆਣਾ ਦੇ ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਜਿਹੜਾ ਉਦਯੋਗਿਕ ਇਕਾਈਆਂ ਬੰਦ ਰੱਖਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ ਉਸ ਦੇ ਨਾਲ ਵੱਡੇ ਵਪਾਰੀਆਂ ਨੂੰ, ਵੱਡੇ ਉਦਯੋਗਪਤੀਆਂ ਨੂੰ ਕੋਈ ਸਮੱਸਿਆ नहीं है। धान की फसल की बुआई चल रही है और पावर की रिक्वायरमेंट वहाँ पे ज़्यादा है, उसकी वजह से डिमांड सिस्टम पे ज़्यादा आ गई है, तो कट लगने स्वाभाविक है क्योंकि शॉर्टेज आ गई, सिस्टम इतना हैंडल कर नहीं सकता। उस सिचुएशन में इंडस्ट्री पे कट लगे हैं ज़रूर और हम सबको धैर्य रखना पड़ेगा कि जल्दी ही बारिशें आ जाएंगी। नॉर्मल मानसून में ने प्रिडिक्ट किया है और अगले कुछ दिनों में मानसून आगे प्रोग्रेस करेगा। कुछ देर के लिए हमें सबको धैर्य रखना पड़ेगा। मेरी सरकार से गुजारिश ये है कि अगर कट जो लगा रहे हैं वो खाली एक सेगमेंट ऑफ इंडस्ट्री पे ना लगा करके इसको स्प्रेड करके सारों पे स्प्रेड कर दे, किसी एक पे ज़्यादा लोड ना आए और हम सबको सरकार के साथ इस कठिन समस्या में, इस कठिन परिस्थिति में सरकार के साथ रहना है।
ਤੇ ਬਿਜਲੀ ਸੰਕਟ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਵੀ ਲਗਾਤਾਰ ਜਾਰੀ ਹੈ। ਵਿਰੋਧੀ ਧਿਰਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਹੁਤ ਹੀ ਤਿੱਖੇ ਤਰੀਕੇ ਦੇ ਨਾਲ ਘੇਰਨ ਦਾ ਯਤਨ ਕਰ ਰਹੀਆਂ ਨੇ। 2 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਅਕਾਲੀਆਂ ਨੇ ਰੋਸ ਮੁਜ਼ਾਹਰੇ ਕੀਤੇ ਤਾਂ 3 ਜੁਲਾਈ ਨੂੰ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਘੇਰਨ ਦੇ ਲਈ ਚੱਲ ਪਈ। ਜਿਵੇਂ ਹੀ ਫਾਰਮ ਹਾਊਸ ਦਾ ਘਿਰਾਓ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਤਾਂ ਪੁਲਿਸ ਨੇ ਕੁਝ ਦੂਰੀ ਤੇ ਬੈਰੀਕੇਡ ਲਾ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੀਡਰਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ, ਲੀਡਰਾਂ ਅਤੇ ਪੁਲਿਸ ਦੇ ਵਿਚਾਲੇ ਖਿੱਚਤੂ ਹੋਈ। ਪੁਲਿਸ ਨੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਤੇ ਜਲ ਤੋਪਾਂ ਛੱਡੀਆਂ, ਮੂੰਹ ਖੋਲ ਦਿੱਤੇ, ਪਾਣੀ ਦੀਆਂ ਬੁਛਾੜਾਂ ਨੇ। ਕਈ ਜਿਹੜੇ ਲੀਡਰ ਤੇ ਕਾਰਕੁਨ ਉਹਨਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ, ਕਿਉਂਕਿ ਬੁਛਾੜਾਂ ਨੇ ਜਿਹੜੀਆਂ ਬਹੁਤ ਤੇਜ਼ ਹੁੰਦੀਆਂ ਨੇ ਤੇ ਇਹਦੇ ਨਾਲ ਇਨਸਾਨ ਪਾਣੀ ਦੀ ਬੁਛਾੜ ਨਾਲ ਚੱਲਦਾ ਹੋਇਆ ਡਿੱਗ ਵੀ ਪੈਂਦਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸਣੇ, ਹਰਪਾਲ ਚੀਮਾ ਸਣੇ ਹੋਰ ਬਹੁਤ ਸਾਰੇ ਵਿਧਾਇਕ ਅਤੇ ਵੱਡੀ ਗਿਣਤੀ ਦੇ ਵਿੱਚ ਕਾਰਕੁਨ ਸ਼ਾਮਲ ਸਨ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡਾ ਇਕੱਠ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਇੱਥੇ ਕੀਤਾ ਗਿਆ। ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਸਮੇਂ ਕੀਤੇ ਗਏ ਗਲਤ ਬਿਜਲੀ ਸਮਝੌਤਿਆਂ ਨੂੰ ਕੈਪਟਨ ਸਰਕਾਰ ਵੀ ਉਸੇ ਤਰ੍ਹਾਂ ਚਲਾ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਬਿਨਾਂ ਰੁਕਾਵਟ ਵਾਲੀ ਬਿਜਲੀ ਦਿੱਤੀ ਜਾਵੇ। ਇਸ ਮੌਕੇ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਸਮੇਤ ਕਈ ਵਿਧਾਇਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਪੁਲਿਸ ਭਗਵੰਤ ਮਾਨ ਨੂੰ ਮਾਜਰੀ ਥਾਣੇ ਲੈ ਕੇ ਗਈ, ਹਰਪਾਲ ਚੀਮਾ ਨੂੰ ਕੁਰਾਲੀ ਥਾਣੇ ਲਿਜਾਇਆ ਗਿਆ, ਜਿੱਥੇ ਪਿਛਲੇ ਦਿਨੀ ਸੁਖਬੀਰ ਬਾਦਲ ਨੂੰ ਲੈ ਕੇ ਗਏ ਸੀ। ਪੁਲਿਸ ਬੱਸਾਂ ਦੇ ਵਿੱਚ ਭਰ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਲੈ ਕੇ ਗਈ। ਮੀਤ ਹੇਅਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਤੇ ਹਰਪਾਲ ਚੀਮਾ ਨੂੰ ਕੁਰਾਲੀ ਦੇ ਸਦਰ ਥਾਣੇ ਵਿੱਚ ਰੱਖਿਆ ਗਿਆ। ਇਹਨਾਂ ਲੀਡਰਾਂ ਨੂੰ ਕੁਝ ਸਮਾਂ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਆਪਣੇ ਵਿਅੰਗਮਈ ਅੰਦਾਜ਼ ਦੇ ਵਿੱਚ ਕਿਹਾ ਕਿ ਅੱਤ ਦੀ ਗਰਮੀ ਵਿੱਚ ਬਿਜਲੀ ਨਾ ਮਿਲਣ ਕਰਕੇ ਪੰਜਾਬ ਦਾ ਹਰ ਇੱਕ ਵਸਨੀਕ ਘਰੋਂ ਬਾਹਰ ਨਿਕਲ ਕੇ ਧਰਨੇ ਮੁਜ਼ਾਹਰੇ ਕਰ ਰਿਹਾ ਹੈ। ਕੇਵਲ ਇੱਕ ਬੰਦਾ ਜਿਹੜਾ ਆਪਣੇ ਘਰ 'ਚ ਬੈਠਾ ਮੌਜਾਂ ਮਾਣ ਰਿਹਾ ਹੈ, ਉਹ ਹੈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਨਾ ਮਿਲਣ ਕਰਕੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਹਾਕਮ ਮੌਜਾਂ ਕਰਨ, ਆਮ ਲੋਕ ਭੁੱਖੇ ਮਰਨ। ਹੁਣ ਇਹ ਜ਼ਿਆਦਾ ਸਮਾਂ ਨਹੀਂ ਚੱਲੇਗਾ। ਮੈਂ ਲਾਉਂਦਾ ਸਿਸਮਾ ਵਾਲਾ ਪਰਲੇ ਪਾਸੇ ਕੰਨ ਸਾਂਝੀ ਕਿਹਦੇ ਨਾਲ ਹੈ? ਸੁਖ ਵਿਲਾਸ ਨਾਲ। ਅਸੀਂ ਆਪਦੇ ਲੜ ਕੇ ਆਪਾਂ ਪਿੰਡਾਂ 'ਚ ਆਪਦੇ ਗਵਾਂਢੀਆਂ ਨਾਲ ਕੰਧਾਂ ਉੱਚੀਆਂ ਚੱਕ ਲੀਆਂ। ਇਹਨਾਂ ਦੇ ਮਹਿਲਾਂ ਦੀਆਂ ਕੰਧਾਂ ਸਾਂਝੀਆਂ ਨੇ। ਸ਼ਰਤ ਲਾ ਲਓ 2-3 ਗੁਪਤ ਦਰਵਾਜ਼ੇ ਵੀ ਹੋਣਗੇ, ਹੱਥ ਨਾਲ ਇਕੱਠੇ ਬਹਿ ਕੇ ਰੋਟੀ ਖਾਂਦੇ ਆ। ਅਸੀਂ ਦਿਹਾੜੀਆਂ ਤੇ ਨਹੀਂ ਲਿਆਉਂਦੇ, ਅਸੀਂ ਕੋਈ ਲਾਲਚ ਦੇ ਕੇ ਨਹੀਂ ਲਿਆਉਂਦੇ, ਅਸੀਂ ਕੋਈ ਮਜਬੂਰੀਆਂ 'ਚ ਨਹੀਂ ਲੈ ਕੇ ਆਉਂਦੇ, ਜਾਂ ਕੋਈ ਅਸੀਂ ਆਸਾਨ ਕਰਕੇ ਨਹੀਂ ਲੈ ਕੇ ਆਉਂਦੇ ਕਿ ਦੇਖ ਲੈ ਉਹਦੇ ਤੇਰਾ ਮੈਂ ਕੰਮ ਕਰਾਤਾ ਸੀ, ਤੂੰ ਅੱਜ ਸਾਡੇ ਨਾਲ ਉੱਥੇ ਚੱਲ। ਸਾਡੇ ਤਾਂ ਭਾਈ ਮੈਂ ਕਿਹਾ ਤੂੰ ਮੱਕੜਾ ਆਪ ਹੀ ਆਉਂਦੇ। ਤੇ ਬਿਜਲੀ ਦੇ ਇਸ ਸੰਕਟ ਦੇ ਸਮੇਂ ਦੇ ਵਿੱਚ ਹਰ ਸਿਆਸੀ ਪਾਰਟੀ ਇਸ ਮੁੱਦੇ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਨਿਸ਼ਾਨਾ ਸਾਧਿਆ ਹੈ ਕੈਪਟਨ ਸਰਕਾਰ ਤੇ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਤਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਕਿਹਾ ਕਿ ਸਾਡੇ ਗੱਠਜੋੜ ਨੂੰ ਸੱਤਾ ਦੇ ਵਿੱਚ ਲਿਆਓ ਤੇ ਤਰੱਕੀ ਪਾਓ। ਮਾਇਆਵਤੀ ਨੇ ਟਵੀਟ ਕੀਤਾ, ਪੰਜਾਬ ਦੇ ਵਿੱਚ ਬਿਜਲੀ ਦੇ ਗੰਭੀਰ ਸੰਕਟ ਕਾਰਨ ਆਮ ਜ਼ਿੰਦਗੀ, ਸਨਅਤ ਅਤੇ ਖੇਤੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸੂਬੇ ਦੇ ਵਿੱਚ ਕਾਂਗਰਸ ਸਰਕਾਰ ਆਪਸੀ ਧੜੇਬੰਦੀ, ਕਲੇਸ਼ ਤੇ ਟਕਰਾਅ 'ਚ ਉਲਝੀ ਹੋਈ ਹੈ ਤੇ ਆਮ ਜਨਤਾ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਸਰਕਾਰ ਸਾਡੇ ਹੱਥਾਂ ਵਿੱਚ ਦੇਣ, ਅਸੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਬੀਜੇਪੀ ਨੇ ਉਦਯੋਗਾਂ ਨੂੰ ਹੋਏ ਨੁਕਸਾਨ ਅਤੇ ਅਣਐਲਾਨੇ ਬਿਜਲੀ ਕੱਟਾਂ ਦੇ ਕਾਰਨ ਲੋਕਾਂ ਨੂੰ ਵੱਧ ਰਹੀਆਂ ਮੁਸ਼ਕਿਲਾਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਲੋਕ ਮੁਫਤ ਬਿਜਲੀ ਨਹੀਂ ਬਲਕਿ 24 ਘੰਟੇ ਬਿਜਲੀ ਦੀ ਮੰਗ ਕਰਦੇ ਨੇ। ਉਧਰ ਸਿੱਧੂ ਪਰਿਵਾਰ ਵੱਲ ਖੜੇ ਬਿਜਲੀ ਦੇ ਬਕਾਏ ਦਾ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਹੈ। ਕਾਰਨ ਦੱਸਿਆ ਕਿ ਕਿਉਂ ਬਿਜਲੀ ਦਾ ਬਕਾਇਆ ਖੜਾ ਹੈ ਸਾਡੇ ਵੱਲ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਕਰਕੇ ਬਕਾਇਆ ਵੱਧ ਕੇ ਲੱਖਾਂ ਰੁਪਈਆਂ ਦਾ ਹੋਇਆ, ਕਿਉਂਕਿ ਸਾਨੂੰ ਬਿਜਲੀ ਦੇ ਬਿੱਲ ਸੰਬੰਧੀ ਕੁਝ ਖਦਸ਼ੇ ਸਨ। ਤੇ ਇਸ ਮਾਮਲੇ ਤੇ ਉਂਗਲ ਚੁੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨਵਜੋਤ ਕੌਰ ਸਿੱਧੂ ਨੇ ਤਿੱਖੇ ਜਵਾਬ ਦਿੱਤੇ ਨੇ। ਸੁਖਬੀਰ ਬਾਦਲ ਨੂੰ ਆਪਣੀ ਔਕਾਤ ਵਿੱਚ ਰਹਿਣ ਦੀ ਨਸੀਹਤ ਦਿੱਤੀ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਤੁਹਾਡੇ ਵਾਂਗ ਹਰਾਮ ਦਾ ਪੈਸਾ ਨਹੀਂ ਖਾਂਦੇ, ਅਸੀਂ ਮਿਹਨਤ ਕਰਕੇ ਕਮਾਈ ਕਰਦੇ ਹਾਂ, ਨੌਕਰੀਆਂ ਕਰਦੇ ਹਾਂ ਤੇ ਉਹਨਾਂ ਤਨਖਾਹਾਂ ਤੋਂ ਅਸੀਂ ਆਪਣਾ ਘਰ ਪਾਲਦੇ ਹਾਂ। ਸਿੱਧੂ ਨੇ ਬਾਦਲ ਤੇ ਪੰਜਾਬ ਨੂੰ ਲੁੱਟ ਕੇ ਖਾ ਜਾਣ ਦੇ ਗੰਭੀਰ ਦੋਸ਼ ਵੀ ਲਾਏ। ਉਹਨਾਂ ਨੇ ਬਾਦਲ ਪਰਿਵਾਰ ਤੇ ਇਲਾਜ ਅਤੇ ਸਫ਼ਰ ਦੇ ਨਾਮ ਤੇ ਸਰਕਾਰੀ ਖਜ਼ਾਨੇ ਚੋਂ ਕਰੋੜਾਂ ਰੁਪਏ ਹੜੱਪਣ ਦੇ ਦੋਸ਼ ਵੀ ਲਾਏ। ਨਾਲ ਹੀ ਇਹ ਵੀ ਕਿਹਾ ਕਿ ਸਿੱਧੂ ਪਰਿਵਾਰ ਨੇ ਅੱਜ ਤੱਕ ਕਦੇ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਪਣਾ ਨਾ ਕਦੇ ਇਲਾਜ ਕਰਵਾਇਆ ਹੈ, ਨਾ ਹੀ ਸਫ਼ਰ ਕੀਤਾ ਹੈ। ਕਿਹਾ ਕਿ ਸੁਖਬੀਰ ਬਾਦਲ ਤਾਂ ਧਾਰਮਿਕ ਸਥਾਨਾਂ ਦੇ ਵਿੱਚ ਮੱਥਾ ਟੇਕਣ ਵੇਲੇ ਵੀ ਆਪਣੇ ਨਾਲ ਦੇ ਸਾਥੀ ਦੀ ਜੇਬ ਤੇ ਅੱਖ ਰੱਖਦੇ ਨੇ। ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਕਰੋਨਾ ਮਹਾਮਾਰੀ ਦੇ ਦਰਮਿਆਨ ਅਸੀਂ ਆਪਣੇ ਬੈਂਕਾਂ ਦੇ ਵਿੱਚੋਂ ਆਪਣੇ ਪੈਸੇ ਕਢਾ ਕੇ ਲੋਕਾਂ ਦੀ ਮਦਦ ਕੀਤੀ, ਪਰ ਸੁਖਬੀਰ ਬਾਦਲ ਨੇ ਜੇ ਇੱਕ ਵੀ ਪੈਸਾ ਆਪਣੀ ਜੇਬ ਚੋਂ ਲਾਇਆ ਤਾਂ ਸਾਬਿਤ ਕਰ ਦੇਵੇ। ਸਿੱਧੂ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਸੁਖਬੀਰ ਬਾਦਲ ਵਰਗਾ ਬੰਦਾ ਉਸ ਸ਼ਖਸ ਤੇ ਉਂਗਲ ਚੱਕ ਰਿਹਾ ਹੈ ਜਿਹੜਾ ਆਪਣੇ ਪੱਲਿਓਂ ਪੈਸੇ ਲੋਕਾਂ ਤੇ ਖਰਚ ਰਿਹਾ ਹੈ। ਨਵਜੋਤ ਕੌਰ ਸਿੱਧੂ ਨੇ ਤਿੱਖੇ ਸ਼ਬਦਾਂ ਦੇ ਵਿੱਚ ਜਵਾਬ ਦਿੰਦਿਆਂ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਅੱਜ ਪੰਜਾਬੀਆਂ ਦੇ ਲਈ ਆਪਣੀ 30 ਕਰੋੜ ਰੁਪਏ ਦੀ ਨੌਕਰੀ ਛੱਡ ਕੇ ਪੰਜਾਬ ਦੇ ਵਿੱਚ ਬੈਠੇ ਨੇ। ਦਰਅਸਲ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਅੰਮ੍ਰਿਤਸਰ ਵਾਲਾ ਘਰ ਹੈਗਾ, ਅੰਮ੍ਰਿਤਸਰ ਵਾਲੀ ਰਿਹਾਇਸ਼ ਹੈ, ਉਸ ਦਾ ਬਿਜਲੀ ਦਾ ਬਿੱਲ ਦਾ ਬਕਾਇਆ ਜਿਹੜਾ ਉਸ ਦੀਆਂ ਖਬਰਾਂ ਚੱਲੀਆਂ ਸੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਦੇ ਲਈ ਸੁਝਾਅ ਦਿੱਤੇ, ਉਸ ਤੋਂ ਬਾਅਦ ਹੀ ਖਬਰਾਂ ਬਾਹਰ ਆਈਆਂ ਕਿ ਨਵਜੋਤ ਸਿੱਧੂ ਨੇ ਤਾਂ ਖੁਦ ਬਿਜਲੀ ਦਾ ਬਿੱਲ ਨਹੀਂ ਤਾਰਿਆ। ਪਾਵਰਕਾਮ ਦਾ ਅੰਮ੍ਰਿਤਸਰ ਵਿਚਲੀ ਰਿਹਾਇਸ਼ ਦਾ ਨਵਜੋਤ ਸਿੰਘ ਸਿੱਧੂ ਵੱਲ 8,74,784 ਰੁਪਏ ਦਾ ਬਕਾਇਆ ਖੜਾ ਹੈ। ਉਸ ਤੋਂ ਬਾਅਦ ਅੰਮ੍ਰਿਤਸਰ ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਵਿੱਚ ਸਿੱਧੂ ਵੱਲ 17,62,000 ਰੁਪਏ ਦਾ ਬਕਾਇਆ ਸੀਗਾ, ਪਰ ਜਦੋਂ ਪਾਵਰਕਾਮ ਨੇ ਕੋਈ ਖਾਸ ਮੁਹਿੰਮ ਛੇੜੀ ਤਾਂ ਸਿੱਧੂ ਨੇ 10 ਲੱਖ ਰੁਪਇਆ ਤਾਂ ਭਰ ਦਿੱਤਾ ਸੀ, ਪਰ ਬਾਕੀ ਰਾਸ਼ੀ ਬਾਰੇ OTS ਦੇ ਵਿੱਚ ਸੈਟਲਮੈਂਟ ਦੇ ਲਈ ਕੇਸ ਲਾ ਦਿੱਤਾ ਸੀ, ਕਿਉਂਕਿ ਸਿੱਧੂ ਨੂੰ ਬਿਜਲੀ ਦੇ ਬਿੱਲ ਦੇ ਸਰਚਾਰਜ ਬਾਰੇ ਕੁਝ ਖਦਸ਼ੇ ਸੀਗੇ ਤੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਖਦਸ਼ੇ ਹੁਣ ਕਲੀਅਰ ਹੋ ਗਏ ਨੇ। ਜਿਹੜੇ ਸੁਖਬੀਰ ਬਾਦਲ ਤੈਨੂੰ ਤਕਲੀਫ ਹੋ ਰਹੀ ਹੈ ਨਾ, ਮਿਰਚਾਂ ਲੜ ਰਹੀਆਂ ਬਿਜਲੀ ਦੇ ਬਿੱਲ ਵਾਲੀਆਂ, ਤਾਂ ਮੈਂ ਬੜਾ ਕਲੀਅਰ ਕਰਦਾ ਕਿ ਸਾਡੇ ਕੋਲ ਹਰਾਮ ਦੇ ਪੈਸੇ ਨਹੀਂ ਤੇਰੇ ਵਰਗੇ ਹੈ ਨਾ। ਜਿਵੇਂ ਤੂੰ ਹਰਾਮ ਦੇ ਪੈਸੇ ਕਮਾਏ ਹੋਏ ਆ, ਬੜੀ ਇੱਜ਼ਤ ਨਾਲ ਰੋਟੀ ਕਮਾਈ ਦੀ ਹੈ, ਤਨਖਾਹ ਚੋਂ ਗੁਜ਼ਾਰਾ ਕਰੀਦਾ। ਤੇ ਜੇ ਸ਼ੋਰੂਮ ਦੇ ਕਿਰਾਏ ਆ ਰਹੇ ਸੀ ਨਾ, ਤੇ ਇਹ ਆਪਣੀ ਕਰੋਨਾ ਦਾ ਟਾਈਮ ਸੀਗਾ ਜਦੋਂ ਚਲੋ ਰੈਂਟਲ ਇਨਕਮ ਬੰਦ ਹੋ ਗਈ ਤੇ ਬੰਦਾ ਔਖੇ ਹੋ ਕੇ ਵੀ ਗੁਜ਼ਾਰੇ ਕਰ ਰਿਹਾ ਤੇ ਆਪਣੇ ਘਰਾਂ ਦੇ ਉੱਤੇ ਸੋਲਰ ਲਾਏ ਹੈ। ਤੇ ਅੱਜ ਤੱਕ ਨਹੀਂ ਜ਼ਿੰਦਗੀ 'ਚ ਹੋਇਆ ਕਿ ਜਿਹੜੇ ਬਿੱਲ ਹੈ ਨਾ ਅਸੀਂ ਆਪਣੀ ਜੇਬਾਂ 'ਚੋਂ ਭਰਦੇ ਹਾਂ, ਤੇ ਤੁਹਾਡੇ ਵਾਂਗੂ ਤੁਹਾਡੇ ਇੰਨੇ ਜ਼ਿਆਦਾ ਘਰਾਂ ਦੇ AC ਚੱਲਦੇ ਆ ਨਾ, ਤਾਂ ਸਰਕਾਰਾਂ ਤੋਂ ਨਹੀਂ ਲੈਂਦੇ। ਜੇ ਬਿਮਾਰ ਹੋਏ ਨਾ ਤਾਂ ਆਪਣਾ ਇਲਾਜ ਵੀ ਆਪਣੇ ਪੈਸਿਆਂ ਤੋਂ ਕਰਾਇਆ। ਜੇ ਸੈਰ ਸਪਾਟੇ ਤੇ ਗਏ ਤਾਂ LTC ਵੀ ਨਹੀਂ ਲਿੱਤੀ, ਆਪਣੇ ਪੈਸਿਆਂ ਤੋਂ ਗਏ। ਸਰਕਾਰੀ ਕੰਮ ਕਰਨ ਵੀ ਜੇ ਹਵਾਈ ਜਹਾਜ਼ਾਂ ਤੇ ਗਏ ਨਾ ਤੇ ਆਪਣੇ ਪੈਸੇ ਲਾ ਕੇ ਕੀਤੇ। ਤੇ ਬਿਜਲੀ ਦਾ ਜਿਹੜਾ ਬਿੱਲ ਹੈ ਨਾ, ਇਹ ਨਹੀਂ ਹੈ ਵੀ ਬਿੱਲ ਨਹੀਂ ਦਿੱਤਾ ਸੀਗਾ, ਇਹ ਗੱਲ ਸੀਗੀ ਕਿ ਸਰਦੀਆਂ ਤੇ ਗਰਮੀਆਂ ਦੇ ਵਿੱਚ ਬਰਾਬਰ ਬਿੱਲ ਕਿਉਂ ਆਵੇ, ਜਦੋਂ ਅਸੀਂ ਨਹੀਂ ਚੱਲਦੇ ਉਦੋਂ ਵੀ। ਤੇ ਇੱਕ ਅਪੀਲ ਪਾਈ ਸੀਗੀ ਕਿ ਇੰਨਾ ਜ਼ਿਆਦਾ ਬਿੱਲ ਤੁਸੀਂ ਘਰ ਦਾ ਕਿਵੇਂ ਕੱਢ ਦਿੰਦੇ ਹੋ, 1 ਲੱਖ ਰੁਪਈਆ 2 ਜਾਣੇ ਅਸੀਂ ਘਰ 'ਚ ਰਹਿੰਦੇ ਆ, ਵੀ ਇੰਨਾ ਵੱਡਾ ਬਿੱਲ ਕਿਵੇਂ ਆ ਜਾਂਦਾ ਹੈ, ਵੀ ਇਹ ਚੈੱਕ ਕੀਤਾ ਜਾਵੇ ਕਿ ਸਰਦੀਆਂ ਗਰਮੀਆਂ 'ਚ ਬਰਾਬਰ ਬਿੱਲ ਕਿਵੇਂ ਆਉਂਦਾ। ਤੇ ਹਰ ਸਾਰੀ ਉਮਰ ਜ਼ਿੰਦਗੀ 'ਚ ਆਪਣੇ ਬਿੱਲ ਹੀ ਭਰਦੇ ਆਏ ਆ, ਤੇ ਉਹ ਬੰਦੇ ਨੂੰ ਕੁਐਸਚਨ ਕਰ ਰਹੇ ਆ ਜਿਹਨੇ ਆਪਣੀ ਜੇਬਾਂ 'ਚੋਂ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੋਕਾਂ ਨੂੰ ਦੇਤਾ, ਲੋਕਾਂ ਦੇ ਬਿੱਲ ਭਰਨ ਲਈ। ਜਿਹੜੇ ਬੰਦੇ ਨੂੰ ਜ਼ਰੂਰਤ ਹੋਈ, ਜਦੋਂ ਉਸ ਬੰਦੇ ਕੋਲ ਪੈਸਾ ਸੀ, ਅੱਜ ਉਹ ਪੰਜਾਬ ਕਰਕੇ ਆਪਣਾ ਸਾਰਾ ਕਾਰੋਬਾਰ ਬੰਦ ਕਰਕੇ ਬੈਠਾ ਹੈ। ਤੇ ਜਦੋਂ ਉਹਦੇ ਕੋਲ ਪੈਸਾ ਹੁੰਦਾ ਸੀਗਾ ਤਾਂ ਜਿੱਥੇ ਜਿੱਥੇ ਜਿਹਨੂੰ ਲੋੜ ਪਈ ਉਹਨੇ ਆਪਣੇ ईमानदारी ਦੀ ਕਮਾਈ ਤੋਂ ਚੈੱਕ ਕੱਟ ਕੇ ਦਿੱਤੇ। ਤੂੰ ਦੱਸ ਤੋ ਜੇ ਦਵਾਨੀ ਵੀ ਆਪਣੀ ਜੇਬ ਚੋਂ ਕਦੇ ਕਿਸੇ ਨੂੰ ਦਿੱਤੀ ਹੋਵੇ। ਸ਼੍ਰੋਮਣੀ ਅਕਾਲੀ ਦਲ ਨੇ ਫੇਰ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਕੱਸਿਆ ਹੈ, ਟਵੀਟ ਕੀਤਾ ਹੈ, ਇੱਕ ਪੋਸਟਰ ਜਾਰੀ ਕੀਤਾ ਹੈ, ਨਵਜੋਤ ਸਿੰਘ ਸਿੱਧੂ ਦੀ ਅਸਲੀ ਪਛਾਣ ਦੱਸੀ ਹੈ। ਲਿਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਤਰਸ ਦੇ ਆਧਾਰ ਤੇ ਬਿੱਲ ਮਾਫ ਕੀਤਾ ਜਾਵੇ। ਅਕਾਲੀ ਦਲ ਨੇ ਪੋਸਟ ਸਾਂਝੀ ਕਰਕੇ ਨਾਮ ਵੀ ਡਿਟੇਲ ਦੇ ਵਿੱਚ ਜਾਣਕਾਰੀ ਵੀ ਦਿੱਤੀ ਹੈ। ਨਾਮ ਨਵਜੋਤ ਸਿੰਘ ਸਿੱਧੂ, ਕੰਮ ਸਿਰਫ ਟਵੀਟ ਕਰਨਾ, ਉਪਲਬਧੀ ਗਾਂਧੀ ਪਰਿਵਾਰ ਦੇ ਹੱਥ ਹੈ, ਪਹਿਰਾਵਾ ਪਠਾਣੀ ਕੁੜਤਾ ਤੇ ਪੱਗ ਰੰਗਾ ਮਾਸਕ, ਆਮਦਨ ਤਕਰੀਬ $9.25 ਲੱਖ ਦਾ, ਬਿਜਲੀ ਦਾ ਬਕਾਇਆ। ਸੋ ਇੱਕ ਵਿਅੰਗਮਈ ਤਰੀਕੇ ਦੇ ਨਾਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਤਰਸ ਦੇ ਆਧਾਰ ਤੇ
ਜਿਹੜਾ ਬਿਜਲੀ ਦਾ ਬਿੱਲ ਮਾਫ ਕਰ ਦਿੱਤਾ ਜਾਵੇ, ਕਿਉਂਕਿ ਉਹਨਾਂ ਕੋਲ ਕੋਈ ਕੰਮ ਨਹੀਂ ਹੈ। ਇਸੇ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਕਿ ਜਿਨ੍ਹਾਂ ਕੋਲੇ ਮਾਲ ਮਹਿਕਮਾ ਹੈ, ਗੁਰਪ੍ਰੀਤ ਸਿੰਘ ਕਾਂਗੜ, ਉਹਨਾਂ ਨੇ ਵੀ 2 ਆਪਣੀਆਂ ਮੋਟਰਾਂ ਦਾ ਬਿੱਲ ਨਹੀਂ ਭਰਿਆ, 2 ਖੇਤੀ ਮੋਟਰਾਂ ਦਾ ਬਿੱਲ ਨਹੀਂ ਭਰਿਆ। 29 ਸਤੰਬਰ 2018 ਨੂੰ ਉਹਨਾਂ ਨੇ ਆਪਣੀਆਂ 2 ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਆਪਣੀ ਇੱਛਾ ਦੇ ਨਾਲ ਤਿਆਗਣ ਦਾ ਐਲਾਨ ਕਰ ਦਿੱਤਾ ਸੀ ਤੇ ਲਿਖਤੀ ਰੂਪ ਚ ਪਾਵਰਕਾਮ ਨੂੰ ਦਿੱਤਾ ਸੀ, ਪਰ ਸਬਸਿਡੀ ਤਿਆਗਣ ਤੋਂ ਬਾਅਦ ਵੀ ਮੰਤਰੀ ਨੇ ਬਿੱਲ ਨਹੀਂ ਭਰਿਆ ਹੈ। ਇਸ ਸਾਲ 21 ਜੂਨ ਦੀ ਰਿਪੋਰਟ ਦੇ ਮੁਤਾਬਿਕ ਕਾਂਗੜ ਦੇ ਖੇਤਾਂ ਵਿੱਚ ਮੋਟਰਾਂ ਦੇ ਦੋਵੇਂ ਕਨੈਕਸ਼ਨ 7.5 ਹਾਰਸ ਪਾਵਰ ਦੇ ਨੇ, ਜਿਨ੍ਹਾਂ ਦਾ ਹੁਣ ਤੱਕ ਦਾ ਕੁੱਲ ਬਿਜਲੀ ਬਿੱਲ 1,48,000 ਰੁਪਏ ਬਣਦਾ, ਜੋ ਹਾਲੇ ਤੱਕ ਤਾਰਿਆ ਨਹੀਂ ਗਿਆ। ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਤੋਂ ਮਾਫੀ ਮੰਗੀ ਹੈ। ਵੜਿੰਗ ਨੇ ਇਸ ਮਸਲੇ ਤੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਨੇ, ਕਿਹਾ ਕਿ ਜੇ ਸਰਕਾਰ ਸਮਾਂ ਰਹਿੰਦੇ ਪ੍ਰਬੰਧ ਕਰਦੀ ਤਾਂ ਇਹ ਹਾਲਾਤ ਨਾ ਬਣਦੇ। ਬਠਿੰਡਾ ਥਰਮਲ ਪਲਾਂਟ ਬੰਦ ਕਰਨ ਤੇ ਵੀ ਉਹਨਾਂ ਸਵਾਲ ਚੁੱਕਦਿਆਂ ਕਿਹਾ ਕਿ ਬਿਜਲੀ ਸੰਕਟ ਦੇ ਨਾਲ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਨੇ ਲੋਕਾਂ ਨੂੰ ਸਬਰ ਰੱਖਣ ਦੀ ਵੀ ਅਪੀਲ ਕੀਤੀ। ਇਸੇ ਦਰਮਿਆਨ PSPCL ਦੇ ਚੇਅਰਮੈਨ A ਵੇਣੂ ਪ੍ਰਸਾਦ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਨਸੂਨ ਦੇਰੀ ਦੇ ਨਾਲ ਆ ਰਿਹਾ ਹੈ। ਬਿਜਲੀ ਸੰਕਟ ਕਾਰਨ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਖਰਾਬ ਹੋਣਾ ਸ਼ੁਰੂ ਹੋ ਗਿਆ। ਬਿਜਲੀ ਸਪਲਾਈ ਦੀ ਮੰਗ ਬੇਹੱਦ ਵੱਧ ਗਈ ਹੈ। ਰੋਜ਼ਾਨਾ 15,000 ਮੈਗਾਵਾਟ ਸਪਲਾਈ ਦੀ ਮੰਗ ਹੈ। ਬਿਜਲੀ ਵਿਭਾਗ 13,500 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਿਜਲੀ ਕੱਟ ਤੋਂ ਲੋਕਾਂ ਨੂੰ ਜਲਦੀ ਰਾਹਤ ਮਿਲੇਗੀ। ਇਸੇ ਕਰਕੇ ਅਸੀਂ ਪੰਜਾਬ ਸਰਕਾਰ ਰਾਹੀਂ ਦਫ਼ਤਰਾਂ ਦਾ ਸਮਾਂ ਵੀ ਬਦਲਵਾਇਆ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਦਫ਼ਤਰਾਂ ਦਾ ਅਗਲੇ ਹੁਕਮਾਂ ਤੱਕ ਸਵੇਰੇ 8 ਵਜੇ ਤੋਂ 2 ਵਜੇ ਤੱਕ ਦਾ ਸਮਾਂ ਕਰ ਦਿੱਤਾ ਹੈ, ਯਾਨੀ ਕਿ ਸਮਾਂ ਘਟਾ ਦਿੱਤਾ ਹੈ। ਲੁਧਿਆਣਾ ਤੇ ਜਲੰਧਰ ਦੀਆਂ ਜਿਹੜੀਆਂ ਇੰਡਸਟਰੀਆਂ ਹੈਗੀਆਂ ਨੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਵੀ ਕਹਿੰਦੇ ਅਸੀਂ ਆਪਣੀ ਅਪੀਲ ਦੇ ਉੱਤੇ ਕਰਵਾਇਆ ਹੈ। ਇਹਦੇ ਨਾਲ ਸਾਨੂੰ ਕਰੀਬ 1000 ਮੈਗਾਵਾਟ ਦੀ ਰਾਹਤ ਮਿਲੀ ਹੈ। ਖੇਤੀਬਾੜੀ ਖੇਤਰ ਨੂੰ ਕਹਿੰਦੇ ਅਸੀਂ ਲਗਾਤਾਰ 8 ਘੰਟੇ ਬਿਜਲੀ ਦੇ ਰਹੇ ਹਾਂ, ਦਾਅਵਾ ਕੀਤਾ ਹੈ ਪਾਵਰਕਾਮ ਨੇ। ਪਰ ਕਹਿੰਦੇ ਕਈ ਵਾਰੀ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਾਂ ਕੁਦਰਤੀ ਤੌਰ ਤੇ ਕੋਈ ਖਰਾਬੀ ਆ ਜਾਂਦੀ ਹੈ, ਰਾਤ ਨੂੰ ਹਨੇਰੀ ਆਉਂਦੀ ਹੈ ਜਾਂ ਝੱਖੜ ਆਉਂਦਾ, ਉਹਦੇ ਨਾਲ ਬਿਜਲੀ ਦੇ ਖੰਭੇ ਡਿੱਗ ਜਾਂਦੇ ਨੇ ਤੇ ਫਿਰ ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਗੜਬੜਾ ਜਾਂਦੀ ਹੈ। ਟਰਾਂਸਫਾਰਮਰ ਓਵਰਲੋਡਿੰਗ ਵੀ ਬਿਜਲੀ ਸੰਕਟ ਦਾ ਕਾਰਨ ਹੈ। ਇਹ ਸਭ ਕੁਝ A ਵੇਣੂ ਪ੍ਰਸਾਦ ਕਹਿ ਰਹੇ ਨੇ। ਕਹਿੰਦੇ ਅਸੀਂ ਹਾਲਾਤਾਂ ਦਾ ਨਿਰੀਖਣ ਕਰ ਰਹੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਰਾਹਤ ਮਿਲੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਚਾ ਦਰਜ ਹੋਣ ਤੋਂ ਬਾਅਦ ਵੀ ਮਾਈਨਿੰਗ ਸਾਈਟਾਂ ਤੇ ਰੇਡ ਲਗਾਤਾਰ ਕਰ ਰਹੇ ਨੇ। ਸੁਖਬੀਰ ਬਾਦਲ ਨੇ 3 ਥਾਵਾਂ ਤੇ 3 ਜੁਲਾਈ ਨੂੰ ਰੇਡ ਮਾਰੀ। ਸੁਖਬੀਰ ਬਾਦਲ ਨੇ ਮੁਕੇਰੀਆਂ, ਹਾਜੀਪੁਰ ਅਤੇ ਪਠਾਨਕੋਟ ਦੇ ਵਿੱਚ ਰੇਡ ਮਾਰੀ। ਨਾਜਾਇਜ਼ ਮਾਈਨਿੰਗ ਦੇ ਕੈਪਟਨ ਸਰਕਾਰ ਤੇ ਦੋਸ਼ ਲਾਏ। ਕਿਹਾ ਕਿ ਨਾਜਾਇਜ਼ ਮਾਈਨਿੰਗ ਨੇ 200 ਫੁੱਟ ਤੱਕ ਮਿੱਟੀ ਪੱਟ ਦਿੱਤੀ ਹੈ। ਮੁਕੇਰੀਆਂ ਹਲਕੇ ਦੇ ਪਿੰਡ ਧਾਮੀਆਂ ਤੇ ਕੁੱਲੀਆਂ ਲੁਬਾਣਾ ਦੇ ਨੇੜੇ ਚੱਲਦੇ ਕ੍ਰਸ਼ਰਾਂ ਦੇ ਵੱਲੋਂ ਕੀਤੀ ਗਈ 100 ਫੁੱਟ ਤੋਂ ਵੱਧ ਦੀ ਪੁਟਾਈ ਵਾਲੇ ਖੇਤਰ ਦਾ ਸੁਖਬੀਰ ਬਾਦਲ ਨੇ ਦੌਰਾ ਕੀਤਾ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਸੁਖਬੀਰ ਬਾਦਲ ਦੀ ਆਮਦ ਦਾ ਪਤਾ ਲੱਗਦਿਆਂ ਹੀ ਦਿਨ ਰਾਤ ਚੱਲਣ ਵਾਲੇ ਕ੍ਰਸ਼ ਬੰਦ ਹੋ ਗਏ ਤੇ ਰੇਤਾ ਬਜਰੀ ਲੈਣ ਆਈਆਂ ਗੱਡੀਆਂ ਤੁਰੰਤ ਗਾਇਬ ਹੋ ਗਈਆਂ। ਇਸ ਮੌਕੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਅਤੇ ਹਲਕਾ ਵਿਧਾਇਕਾਂ ਦੇ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਵਿੱਚ ਸ਼ਾਮਿਲ ਹੋਣ ਦੇ ਦੋਸ਼ ਲਾਉਂਦਿਆਂ ਸਰਕਾਰ ਤੇ ਮਾਈਨਿੰਗ ਵਿਭਾਗ ਦੇ ਸਕੱਤਰ ਨੂੰ ਚੇਤਾਵਨੀ ਦਿੱਤੀ ਕਿ ਉਹ ਹੁਣ ਦੂਜਾ ਪਰਚਾ ਵੀ ਮੇਰੇ ਤੇ ਦਰਜ ਕਰ ਲੈਣ। ਜਲਦ ਹੀ ਸੂਬੇ ਅੰਦਰ ਵਿਧਾਇਕਾਂ ਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਦੇ ਨਾਲ ਚੱਲ ਰਹੇ ਧੰਦੇ ਨੂੰ ਮੈਂ ਬੇਨਕਾਬ ਕਰਕੇ ਰਹਾਂਗਾ। ਸਰਕਾਰ ਮੈਨੂੰ ਦੱਸੇ ਕਿ 10 ਫੁੱਟ ਤੋਂ ਵੱਧ ਪੁਟਾਈ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ 200 ਫੁੱਟ ਤੱਕ ਕਿਵੇਂ ਧਰਤੀ ਨੂੰ ਪੁੱਟਿਆ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਬਜਰੀ ਰੇਤਾ ਲੈਣ ਗੱਡੀਆਂ ਤੋਂ 16,000 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਤੇ ਟੈਕਸ ਕੌਣ ਵਸੂਲਦਾ ਹੈ? ਸਰਕਾਰਾਂ ਵਸੂਲਦੀਆਂ ਨੇ। ਇਸ ਤੋਂ ਬਾਅਦ ਤਲਵਾੜਾ ਖੇਤਰ ਦੇ ਬਿਆਸ ਦਰਿਆ ਨੇੜੇ ਚੱਲਦੇ ਕ੍ਰਸ਼ਰਾਂ ਦੇ ਲਈ ਵੀ ਸੁਖਬੀਰ ਬਾਦਲ ਰਵਾਨਾ ਹੋਏ। ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸਰਬਜੋਤ ਸਾਬੀ ਵੀ ਸੁਖਬੀਰ ਬਾਦਲ ਦੇ ਨਾਲ ਸਨ। ਪਿਛਲੀ ਵਾਰੀ ਜਦੋਂ ਬਿਆਸ ਦੇ ਵਿੱਚ ਗਏ ਸੀ ਰੇਡ ਮਾਰਨ, ਉਦੋਂ ਵੀ ਮੀਡੀਆ ਟੀਮ ਸੁਖਬੀਰ ਬਾਦਲ ਦੇ ਨਾਲ ਸੀ ਤੇ ਹੁਣ ਵੀ ਮੀਡੀਆ ਟੀਮ ਸੁਖਬੀਰ ਬਾਦਲ ਦੇ ਲਗਾਤਾਰ ਨਾਲ ਸੀ। ਸੁਖਬੀਰ ਬਾਦਲ ਦੀਆਂ ਇਹਨਾਂ ਰੇਡਾਂ ਦੇ ਦਰਮਿਆਨ ਮਾਈਨਿੰਗ ਦੇ ਮਾਮਲੇ ਤੇ ਰਾਜਾ ਵੜਿੰਗ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਕੱਸਿਆ। ਬਿਨਾਂ ਨਾਮ ਲਏ ਮਾਈਨਿੰਗ ਕੇਸ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਵੀ ਸਵਾਲ ਕੀਤਾ ਹੈ ਕਿ ਸੁਖਬੀਰ ਬਾਦਲ ਬਿਆਸ ਗਏ ਪਰ ਬਠਿੰਡਾ ਕਿਉਂ ਨਹੀਂ ਗਏ? ਸੁਖਬੀਰ ਬਾਦਲ ਕੀ ਰਿਸ਼ਤਿਆਂ ਦੀ ਡੋਰ ਵਿੱਚ ਵੱਜੇ ਹੋਏ ਨੇ? ਕਹਿੰਦੇ ਸੁਖਬੀਰ ਬਾਦਲ ਹੀ ਮਾਈਨਿੰਗ ਦਾ ਅਸਲੀ ਸਰਗਣਾ ਹੈ ਤੇ ਸੁਖਬੀਰ ਬਾਦਲ ਨੇ ਹੀ ਰੇਤ ਮਾਫੀਆ ਦੀ ਖੋਜ ਕੀਤੀ ਸੀ, ਜਿਸ ਨੂੰ ਅੱਜ ਸਾਰੇ ਵਰਤ ਰਹੇ ਨੇ। ਇੱਕ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਸੀ ਇਸੇ ਮੁੱਦੇ ਤੇ ਕਿ ਜਿਹੜੀ ਬਿਆਸ ਦਰਿਆ ਦੇ ਵਿੱਚ ਰੇਡ ਤੋਂ ਬਾਅਦ ਕੈਪਟਨ ਸਰਕਾਰ ਨੇ ਮੇਰੇ ਤੇ ਪਰਚਾ ਦਰਜ ਕਰਵਾਇਆ, ਮੈਂ ਚੈਲੰਜ ਕਰਦਾ ਕਿ ਕੈਪਟਨ ਮੈਨੂੰ ਹੱਥ ਵੀ ਲਾ ਕੇ ਦਿਖਾਵੇ। ਤੇ ਹੁਣ ਚੈਲੰਜ ਕਰ ਦਿੱਤਾ ਕਿ ਮੇਰੇ ਤੇ ਦੂਸਰਾ ਪਰਚਾ ਵੀ ਦਰਜ ਕਰ ਦਿਓ।
ਇੱਕ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਜਿਹੜਾ ਕਿਹਾ ਸੀ ਕਿ ਹੁਣ ਤੁਹਾਨੂੰ 6 ਮਹੀਨੇ ਹੀ ਨਹਿਰਾਂ ਦੇ ਵਿੱਚ ਪਾਣੀ ਮਿਲਦਾ ਹੈ, ਅਸੀਂ ਤੁਹਾਨੂੰ 24 ਮਹੀਨੇ ਦੇਵਾਂਗੇ। ਹਾਲਾਂਕਿ ਉੱਥੇ ਅੰਕੜੇ ਥੋੜੇ ਗਲਤ ਸੁਖਬੀਰ ਬਾਦਲ ਜ਼ਰੂਰ ਬੋਲ ਗਏ ਸੀ, ਪਰ ਉਸ ਤੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਬਿਆਨ ਦਿੱਤਾ ਹੈ, ਕਿਹਾ ਕਿ ਨਹਿਰੀ ਪਾਣੀ ਦੀ ਪੂਰੇ ਪੰਜਾਬ 'ਚ ਕਿਤੇ ਕੋਈ ਕਮੀ ਨਹੀਂ ਹੈ। ਹਾਲੇ ਤੱਕ ਇੱਕ ਵੀ ਕਿਸਾਨ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਨਹਿਰੀ ਪਾਣੀ ਦੀ ਸਪਲਾਈ ਬਾਰੇ ਸੁਖਬੀਰ ਬਾਦਲ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਸਿਰਫ ਸਿਆਸੀ ਸਟੰਟ ਹੈ, ਮੈਂ ਉਸ ਨੂੰ ਰੱਦ ਕਰਦਾ ਹਾਂ। ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਮੁੜ ਸਪੈਸ਼ਲ ਟਾਸਕ ਫੋਰਸ ਦੀ ਕਮਾਨ ਸੰਭਣਗੇ। ਪੰਜਾਬ ਦੀ ਕੈਪਟਨ ਸਰਕਾਰ ਨੇ ਹੁਕਮ ਦੇ ਦਿੱਤਾ ਹੈ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੜ ਐਸਟੀਐਫ ਦੇ ਮੁਖੀ ਵਜੋਂ ਤਾਇਨਾਤ ਕੀਤਾ ਜਾਵੇ। ਸਿੱਧੂ ਇਸ ਵਕਤ ਅਰਨਡ ਲੀਵ ਤੇ ਪੜ੍ਹਾਈ ਦੇ ਲਈ 1 ਦਸੰਬਰ 2020 ਤੋਂ 9 ਜੁਲਾਈ 2021 ਤੱਕ ਵਿਦੇਸ਼ ਵਿੱਚ ਹਨ। ਵਾਪਸੀ ਤੇ ਏਡੀਜੀਪੀ ਐਸਟੀਐਫ ਦੇ ਵਜੋਂ ਉਹ ਅਹੁਦਾ ਸੰਭਣਗੇ। ਸਿੱਧੂ ਦੇ ਅਹੁਦੇ ਤੇ ਜੁਆਇਨ ਕਰਨ ਤੋਂ ਬਾਅਦ ਉਹਨਾਂ ਦੀ ਥਾਂ 12 ਦਸੰਬਰ 2020 ਨੂੰ ਜਾਰੀ ਹੁਕਮਾਂ ਦੇ ਮੁਤਾਬਿਕ ਜਿਹੜੇ ਨਿਯੁਕਤ ਸੀ 1994 ਬੈਚ ਦੇ ਅਧਿਕਾਰੀ ਬੀ ਚੰਦਰਸ਼ੇਖਰ ਇਹ ਅਹੁਦੇ ਤੋਂ ਫਾਰਗ ਸਮਝੇ ਜਾਣਗੇ। ਸਿੱਧੂ ਦੇ ਵਿਦੇਸ਼ ਦੌਰੇ ਦੇ ਸਮੇਂ ਐਸਟੀਐਫ ਦੇ ਮੁਖੀ ਵਜੋਂ ਬੀ ਚੰਦਰਸ਼ੇਖਰ ਕੰਮਕਾਜ ਦੇਖ ਰਹੇ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਚੋਣਾਂ ਤੋਂ ਪਹਿਲਾਂ ਹੱਥ ਦੇ ਵਿੱਚ ਗੁਟਕਾ ਫੜ ਕੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗਾ। ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਤੇ ਜਿਹੜੇ ਹਰਪ੍ਰੀਤ ਸਿੰਘ ਸਿੱਧੂ ਨੇ ਉਹਨਾਂ ਨੇ ਐਸਟੀਐਫ ਦੇ ਮੁਖੀ ਵਜੋਂ ਤਾਇਨਾਤ ਰਹਿੰਦਿਆਂ ਹੋਇਆਂ ਕਾਫੀ ਚੰਗਾ ਕੰਮ ਕੀਤਾ ਸੀ, ਕਾਫੀ ਖੁਲਾਸੇ ਕੀਤੇ ਸੀ, ਜਾਂਚ ਕੀਤੀ ਸੀ ਨਸ਼ਿਆਂ ਦੇ ਮੁੱਦੇ ਤੇ, ਜਿਹਦੇ ਤਾਰ ਨੇ ਜਿਹੜੇ ਉਹ ਵੱਡੇ ਲੀਡਰਾਂ ਦੇ ਨਾਲ ਜਾ ਕੇ ਜੁੜੇ ਸੀ। ਉਸ ਤੋਂ ਬਾਅਦ ਹਰਪ੍ਰੀਤ ਸਿੱਧੂ ਨੂੰ ਜਿਹੜਾ ਹੈਗਾ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਮੁੜ ਇਸ ਅਹੁਦੇ ਤੇ ਲਾਇਆ ਜਾਵੇਗਾ। ਕਿਸਾਨਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ। 26 ਜਨਵਰੀ ਦੀ ਲਾਲ ਕਿਲਾ ਦੇ ਵਿੱਚ ਹੋਈਆਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਤੇ ਰੋਕ ਹੋਰ ਵਧਾ ਦਿੱਤੀ ਗਈ ਹੈ। ਦਿੱਲੀ ਦੀ ਅਦਾਲਤ ਦੇ ਵਿੱਚ ਵਧੀਕ ਸੈਸ਼ਨ ਜੱਜ ਕਾਮਨੀ ਨੇ 20 ਜੁਲਾਈ ਤੱਕ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਨਾ ਕਰਨ ਦੇ ਦਿੱਲੀ ਪੁਲਿਸ ਨੂੰ ਹੁਕਮ ਦਿੱਤੇ ਨੇ। ਅਦਾਲਤ ਨੇ ਕਿਹਾ ਹੈ ਕਿ ਪੁਲਿਸ ਉਹਨਾਂ ਚੀਜ਼ਾਂ ਦੇ ਵਿੱਚ ਦਖਲ ਨਹੀਂ ਦੇਵੇਗੀ ਜਿੱਥੇ ਬੁਨਿਆਦੀ ਅਧਿਕਾਰ ਸ਼ਾਮਿਲ ਨੇ। ਅਦਾਲਤ ਨੇ ਵੀ ਕਿਹਾ ਕਿ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਨਹੀਂ ਕਰਨਾ ਚਾਹੁੰਦੇ। ਸਿਧਾਣਾ ਨੂੰ ਪਹਿਲਾਂ 3 ਜੁਲਾਈ ਤੱਕ ਗ੍ਰਿਫਤਾਰ ਕਰਨ ਤੋਂ ਰੋਕਿਆ ਗਿਆ ਸੀ ਤੇ ਹੁਣ ਇਹ ਰੋਕ 20 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਇਸੇ ਮਸਲੇ ਦੇ ਵਿੱਚ ਹਿੰਸਾ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਕਥਿਤ ਹਮਲਾ ਕਰਨ ਵਾਲੇ ਨੌਜਵਾਨ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਨੂੰ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ ਕਾਮਨੀ ਨੇ ਕਿਹਾ ਕਿ ਇਸਤਗਾਸਾ ਨੇ ਜਿਨ੍ਹਾਂ ਤਸਵੀਰਾਂ ਤੇ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਉਹ ਸਪਸ਼ਟ ਤੇ ਸਾਫ਼ ਨਹੀਂ ਹੈਗੀਆਂ ਤੇ ਨਾ ਹੀ ਖੇਮਪ੍ਰੀਤ ਸਿੰਘ ਨਾਮ ਦਾ ਨੌਜਵਾਨ ਉਹਨਾਂ ਤਸਵੀਰਾਂ ਦੇ ਵਿੱਚ ਪੁਲਿਸ ਤੇ ਕੋਈ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਜੱਜ ਨੇ ਕਿਹਾ ਕਿ ਮੁਲਜ਼ਮ ਖਿਲਾਫ ਦੋਸ਼ ਪੱਤਰ ਦਾਖਲ ਹੋ ਚੁੱਕਿਆ, ਅੱਗੇ ਦੀ ਜਾਂਚ ਲਈ ਉਸ ਦੀ ਕੋਈ ਲੋੜ ਨਹੀਂ ਹੈ। ਜਦੋਂ ਤੱਕ ਦੋਸ਼ ਸਾਬਿਤ ਨਹੀਂ ਹੁੰਦੇ ਉਹ ਨਿਰਦੋਸ਼ ਹੈ। ਯਾਨੀ ਕਿ ਖੇਮਪ੍ਰੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਖੇਮਪ੍ਰੀਤ ਤੇ ਦਿੱਲੀ ਪੁਲਿਸ ਨੇ ਆਪਣੇ ਉੱਪਰ ਹਮਲਾ ਕਰਨ ਦਾ ਇਲਜ਼ਾਮ ਲਾਇਆ ਸੀ। ਖੇਮਪ੍ਰੀਤ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਈ ਤੇ ਜੇਲ੍ਹ ਚੋਂ ਬਾਹਰ ਆ ਜਾਏਗਾ। ਬਹਾਦਰਗੜ੍ਹ ਦੇ ਵਪਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਿੱਲੀ ਦੇ ਬੰਦ ਪਏ ਰਾਹ ਖੁਲਵਾਉਣ ਦੀ ਮੰਗ ਕੀਤੀ ਹੈ। ਬਹਾਦਰਗੜ੍ਹ ਜਿੱਥੇ ਟਿੱਕਰੀ ਬਾਰਡਰ ਦਾ ਮੋਰਚਾ ਲੱਗਿਆ ਹੋਇਆ ਹੈ, ਵਪਾਰੀਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੇ ਕਰੋਨਾ ਮਹਾਮਾਰੀ ਕਾਰਨ ਸਾਡਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਦਿੱਲੀ ਪੁਲਿਸ ਨੇ ਟਿੱਕਰੀ ਬਾਰਡਰ ਨੂੰ ਬੰਦ ਕਰ ਰੱਖਿਆ। ਬਾਰਡਰ ਬੰਦ ਹੋਣ ਕਰਕੇ ਸਾਡਾ ਕਾਰੋਬਾਰ ਖਤਮ ਹੋਣ ਦੇ ਕਿਨਾਰੇ ਹੈ ਤੇ 1 ਸਾਲ ਦੇ ਵਿੱਚ ਕਰੀਬ 20,000 ਕਰੋੜ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ। ਵਪਾਰੀਆਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਵਿਰੋਧੀ ਬਿਲਕੁਲ ਨਹੀਂ ਹਾਂ, ਪਰ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਜੋ ਆਪਸੀ ਗੱਲਬਾਤ ਬੰਦ ਹੈ ਉਸ ਕਰਕੇ ਆਮ ਆਦਮੀ ਪਿਸ ਰਿਹਾ ਹੈ, ਫੈਕਟਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਅਸੀਂ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੇ ਦਿੱਲੀ ਦੇ ਰਾਹ ਖੁਲਵਾਉਣ। ਸਰਕਾਰ ਜੋ ਵੀ ਤਰੀਕਾ ਠੀਕ ਸਮਝੇ ਉਹਨਾਂ ਉਸ ਤਰੀਕੇ ਦੇ ਨਾਲ ਦਿੱਲੀ ਦੇ ਬਾਰਡਰ ਖੁਲਵਾਏ। ਇਸ ਵਕਤ ਵਪਾਰੀ ਬਹੁਤ ਜ਼ਿਆਦਾ ਨੁਕਸਾਨ ਦੇ ਵਿੱਚ ਹਨ ਤੇ ਪਰੇਸ਼ਾਨ ਹਨ। ਕਿਸਾਨਾਂ ਦਾ ਇੱਕ ਹੋਰ ਵੱਡਾ ਕਾਫਲਾ ਦਿੱਲੀ ਮੋਰਚਿਆਂ ਦੇ ਲਈ ਰਵਾਨਾ ਹੋਇਆ ਹੈ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਇੱਕ ਵੱਡਾ ਕਿਸਾਨਾਂ ਅਤੇ ਉਹਨਾਂ ਦੇ ਸਮਰਥਕਾਂ ਦਾ ਕਾਫਲਾ ਆਪੋ ਆਪਣੇ ਵਾਹਨਾਂ ਤੇ ਰਵਾਨਾ ਹੋਇਆ ਹੈ। ਗੁਰਨਾਮ ਸਿੰਘ ਚੜੂਨੀ ਇਸ ਕਾਫਲੇ ਦੀ ਅਗਵਾਈ ਕਰ ਰਹੇ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫਲਾ ਵੱਡਾ ਹੈ, ਵਾਹਨਾਂ ਦੀ ਗਿਣਤੀ ਹੈ ਜਿਹੜੀ ਉਹ ਗਿਣੀ ਨਹੀਂ ਜਾ ਸਕਦੀ ਸੀ। ਨਾਰੇ ਲਾਉਂਦੇ ਹੋਏ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਨੂੰ ਵੱਧ ਰਹੇ ਸੀ।
ਕਿਸਾਨ ਮੋਰਚੇ ਦੇ ਲੀਡਰਾਂ ਨੇ ਜਿਹੜਾ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਜਿਹੜੇ ਖੇਤੀ ਕਾਨੂੰਨਾਂ ਦੇ ਬਾਰੇ ਆਪਣਾ ਬਿਆਨ ਦਿੱਤਾ ਹੈ ਉਸ ਬਾਰੇ ਵੀ ਕਿਹਾ ਹੈ ਕਿ ਇਸ ਬਾਰੇ ਸਪਸ਼ਟੀਕਰਨ ਦੇਣ ਦੀ ਉਹਨਾਂ ਨੂੰ ਲੋੜ ਹੈ ਤੇ ਕਿਸਾਨ ਮੰਗ ਕਰਦੇ ਨੇ ਕਿ ਸਪਸ਼ਟੀਕਰਨ ਤੁਰੰਤ ਜਾਰੀ ਕੀਤਾ ਜਾਵੇ। ਮੋਰਚੇ ਨੇ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਤੇ ਕਾਰਪੋਰੇਸ਼ਨਾਂ ਦੇ ਦਬਾਅ ਹੇਠ ਆਉਣ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ ਜੋ ਕਿ ਕਾਨੂੰਨਾਂ ਦਾ ਲਾਭ ਚੁੱਕਣਗੇ। ਮੋਰਚੇ ਦੇ ਲੀਡਰਾਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਵੀ ਸੂਚਿਤ ਕੀਤਾ ਹੈ ਕਿ ਪਵਾਰ ਦੇ ਸੋਧਾਂ ਵਾਲੇ ਸੁਝਾਅ ਤੋਂ ਤੁਸੀਂ ਸਲਾਹ ਲੈ ਕੇ ਕੁਝ ਵੀ ਕਰ ਸਕਦੇ ਹੋ, ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਮੋਰਚਿਆਂ ਤੇ ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਅਸੀਂ ਇੱਥੋਂ ਨਹੀਂ ਜਾਵਾਂਗੇ। ਕਿਸਾਨ ਮੋਰਚੇ ਦੇ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਫਿਰ ਯਾਦ ਕਰਵਾਇਆ ਕਿ ਜੇ 5 ਜੁਲਾਈ ਤੱਕ ਕਿਸਾਨਾਂ ਨੂੰ ਜਿਹੜੀ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਨਾ ਦਿੱਤੀ ਗਈ ਤਾਂ 6 ਜੁਲਾਈ ਨੂੰ ਅਸੀਂ ਮੋਤੀ ਮਹਿਲ ਘੇਰਾਂਗੇ। ਸੂਬਾ ਸਰਕਾਰ ਨੂੰ ਅਲਟੀਮੇਟਮ ਹੈ ਜਿਹੜਾ ਉਹ ਜਾਰੀ ਕੀਤਾ ਹੈ। ਕਿਸਾਨ ਮੋਰਚੇ ਨੇ ਵੀ ਕਿਹਾ ਕਿ ਟਰੈਕਟਰ ਰੈਲੀਆਂ ਤੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਦੇ ਵੱਡੇ ਕਾਫਲੇ ਹੁਣ ਮੋਰਚਿਆਂ ਦੇ ਉੱਤੇ ਪਹੁੰਚ ਰਹੇ ਨੇ। ਗਾਜ਼ੀਪੁਰ ਮੋਰਚੇ ਤੇ ਸ਼ਾਮਲੀ ਤੇ ਮੇਰਠ ਤੋਂ ਕਿਸਾਨ ਪਹੁੰਚੇ ਨੇ। ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਮੋਰਚਿਆਂ ਦੇ ਉੱਤੇ ਪਹੁੰਚੇ ਨੇ ਤੇ ਇੱਕ ਜਿਹੜਾ ਕਾਫਲਾ ਹੈ ਉਹ ਚੰਡੀਗੜ੍ਹ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਗਵਾਈ ਦੇ ਵਿੱਚ ਰਵਾਨਾ ਹੋਇਆ। ਲੁਧਿਆਣਾ ਤੋਂ ਖਬਰ ਹੈ ਜਿੱਥੇ ਸ਼ਨੀਵਾਰ ਸਵੇਰੇ ਲੁਧਿਆਣਾ ਦਿੱਲੀ ਰੋਡ ਤੇ ਸਥਿਤ ਹਿੰਦੁਸਤਾਨ ਟਾਇਰਸ ਕੰਪਨੀ ਦੇ ਵਿੱਚ ਵੱਡੀ ਅੱਗ ਲੱਗ ਗਈ। ਅੱਗ ਲੱਗਣ ਵੇਲੇ ਟਾਇਰਾਂ ਤੇ ਮਸ਼ੀਨਰੀ ਦਾ ਬਹੁਤ ਵੱਡਾ ਭੰਡਾਰ ਮੌਜੂਦ ਸੀ ਜਿਸ ਕਾਰਨ ਅੱਗ ਦੇ ਕਾਬੂ ਪਾਉਣ ਲਈ ਖਾਸਾ ਸੰਘਰਸ਼ ਕਰਨਾ ਪਿਆ। ਹਾਲਾਂਕਿ ਟਾਇਰ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਈ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਫਿਰੋਜ਼ਪੁਰ ਤੋਂ ਖਬਰ ਹੈ ਜਿੱਥੇ ਜ਼ੀਰਾ ਦੇ ਪਿੰਡ ਸਨੇਰ ਵਿੱਚੋਂ ਲੰਘਦੀ ਛੋਟੀ ਨਹਿਰ ਦੇ ਕਿਨਾਰੇ ਮੋਟਰਸਾਈਕਲ ਡਿੱਗਣ ਨਾਲ 2 ਬੱਚੀਆਂ ਨਹਿਰ ਵਿੱਚ ਰੁੜ ਗਈਆਂ ਤੇ ਦੋਵਾਂ ਦੀ ਮੌਤ ਹੋ ਗਈ। ਦੋਵੇਂ ਸਕੀਆਂ ਭੈਣਾਂ ਸਨ, ਉਮਰ ਕਰੀਬ 4 ਸਾਲ ਤੇ 7 ਸਾਲ ਸੀ। ਮੋਟਰਸਾਈਕਲ ਨੂੰ ਮ੍ਰਿਤਕ ਬੱਚੀਆਂ ਦਾ ਮਾਮਾ ਚਲਾ ਰਿਹਾ ਸੀ। ਉਸ ਦੇ ਨਾਲ ਬੱਚੀਆਂ ਦੀ ਮਾਂ ਮਨਪ੍ਰੀਤ ਤੇ 10 ਸਾਲ ਦਾ ਭਰਾ ਗੁਰਬੀਰ ਵੀ ਬੈਠਾ ਸੀ। ਮਾਮੇ ਦੀਆਂ 2 ਭਾਣਜੀਆਂ ਦੀ ਤਾਂ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ ਜਦਕਿ ਭਾਣਜਾ ਬਚ ਗਿਆ ਹੈ। ਕੋਰੋਨਾ ਦੀ ਗੱਲ ਕਰ ਲਈਏ ਤਾਂ WHO ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਪੂਰਾ ਸੰਸਾਰ ਹੈ ਕੋਵਿਡ-19 ਮਹਾਮਾਰੀ ਦੇ ਖਤਰਨਾਕ ਪੜਾਅ ਦੇ ਵਿੱਚ ਹੈ। WHO ਨੇ ਕਿਹਾ ਕਿ ਡੈਲਟਾ ਰੂਪ ਹੈ ਜਿਹੜਾ ਕੋਰੋਨਾ ਦਾ ਉਹ ਬਹੁਤ ਹੀ ਖਤਰਨਾਕ ਹੈ। ਨਿਤ ਆਪਣੇ ਆਪ ਨੂੰ ਇਹ ਬਦਲ ਲੈਂਦਾ ਹੈ, ਯਾਨੀ ਕਿ ਇਹ ਜਿਹੜਾ ਵਾਇਰਸ ਦਾ ਰੂਪ ਹੈ ਉਹ ਰੋਜ਼ਾਨਾ ਆਪਣੇ ਰੂਪ ਨੂੰ ਬਦਲ ਲੈਂਦਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਘੱਟ ਆਬਾਦੀ ਨੂੰ ਟੀਕਾ ਲੱਗਿਆ ਉਹਨਾਂ ਮੁਲਕਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਫਿਰ ਵਧਣ ਲੱਗੀ ਹੈ। ਇਸੇ ਦਰਮਿਆਨ ਭਾਰਤ ਬਾਇਓਟੈਕ ਦੇ ਵੱਲੋਂ ਖਬਰ ਆ ਰਹੀ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਕੋਵਿਡ-19 ਦੇ ਮਾਮਲਿਆਂ ਦੇ ਵਿੱਚ 77% ਤੋਂ ਵੱਧ ਅਤੇ ਨਵੇਂ ਡੈਲਟਾ ਦੇ ਵਿਰੁੱਧ 65% ਤੋਂ ਵੱਧ ਪ੍ਰਭਾਵਸ਼ਾਲੀ ਹੈ। ਯਾਨੀ ਕਿ ਕੋਵੈਕਸਿਨ ਹੈ ਜਿਹੜੀ ਉਹ ਕੋਰੋਨਾ ਦੇ ਇਹਨਾਂ ਰੂਪਾਂ ਦੇ ਉੱਤੇ ਅਸਰਦਾਰ ਹੈ। ਕੰਪਨੀ ਨੇ ਕਿਹਾ ਕਿ ਅਸੀਂ ਪੜਾਅ 3 ਦੇ ਟ੍ਰਾਇਲਾਂ ਦੇ ਵਿੱਚ ਟੀਕੇ ਦੀ ਸਮਰੱਥਾ ਦਾ ਅੰਤਿਮ ਮੁਲਾਂਕਣ ਪੂਰਾ ਕਰ ਲਿਆ ਹੈ। ਇਸੇ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਨਵਾਂ ਬਿਆਨ ਜਾਰੀ ਕੀਤਾ ਹੈ ਕਿ ਗਰਭਵਤੀ ਔਰਤਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਸਕਦੀ ਹੈ। ਯਾਨੀ ਕਿ ਗਰਭਵਤੀ ਔਰਤਾਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਕੇਂਦਰੀ ਸਿਹਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮਿਊਨਾਈਜੇਸ਼ਨ ਦੀਆਂ ਸਿਫਾਰਿਸ਼ਾਂ ਨੂੰ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਮਹਿਲਾਵਾਂ ਹੁਣ ਆਪਣੇ ਨੇੜਲੇ ਕੋਵਿਡ ਸੈਂਟਰਾਂ ਦੇ ਵਿੱਚ ਜਾ ਸਕਦੀਆਂ ਨੇ ਜਾਂ ਫਿਰ ਕੋਵਿਨ ਐਪ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਨੇ। ਪਹਿਲਾਂ ਜਿਹੜੀਆਂ ਖੋਜਾਂ ਹੋਈਆਂ ਸੀ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਗਰਭਵਤੀ ਔਰਤਾਂ ਨੇ ਜਿਹੜੀਆਂ ਉਹਨਾਂ ਤੇ ਕੋਰੋਨਾ ਦੀ ਲਾਗ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਉਹਨਾਂ ਨੂੰ ਵੈਕਸੀਨ ਦੀ ਲੋੜ ਹੈ। ਇਸ ਕਰਕੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਰਭਵਤੀ ਔਰਤਾਂ ਵੈਕਸੀਨ ਲਵਾ ਸਕਦੀਆਂ ਨੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀਆਂ ਦੇ ਲਈ ਬੜੀ ਹੀ ਰਾਹਤ ਭਰੀ ਖਬਰ ਸੁਣਾਈ ਹੈ। ਕਿਹਾ ਕਿ ਉਹਨਾਂ ਭਾਰਤੀ ਯਾਤਰੀਆਂ ਨੂੰ ਕੋਈ ਸਮੱਸਿਆ ਯਾਤਰਾ ਦੇ ਵਿੱਚ ਨਹੀਂ ਆਵੇਗੀ ਜਿਨ੍ਹਾਂ ਨੇ ਕੋਵਿਸ਼ੀਲਡ ਵੈਕਸੀਨ ਲਵਾਈ ਹੈ। ਯਾਨੀ ਕਿ ਭਾਰਤ ਦੀ ਜਿਹੜੀ ਕੋਵਿਸ਼ੀਲਡ ਵੈਕਸੀਨ ਹੈ ਉਸ ਨੂੰ ਬਰਤਾਨੀਆ ਦੇ ਵਿੱਚ ਜਾਣ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਹ ਬਿਆਨ ਉਸ ਵਕਤ ਆਇਆ ਹੈ ਜਦੋਂ ਯੂਰਪੀਅਨ ਯੂਨੀਅਨ ਦੀ ਪਾਸਪੋਰਟ ਸਕੀਮ ਦੇ ਵਿੱਚ ਪੁਣੇ ਸਥਿਤ ਸਿਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਐਸਟਰਾਜ਼ੈਨੇਕਾ ਦੀ ਵੈਕਸੀਨ ਕੋਵਿਸ਼ੀਲਡ ਨੂੰ ਮਾਨਤਾ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਬਰਤਾਨੀਆ ਨੇ ਇਹ ਮਾਨਤਾ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਬਰਤਾਨੀਆ ਨੂੰ ਸਿਰਮ ਇੰਸਟੀਚਿਊਟ ਦੇ ਨਾਲ ਐਸਟਰਾਜ਼ੈਨੇਕਾ ਵੈਕਸੀਨ ਦੀਆਂ 50 ਲੱਖ ਖੁਰਾਕਾਂ ਮਿਲੀਆਂ ਨੇ ਤੇ ਇਹ ਕੰਪਨੀ ਕੋਵਿਸ਼ੀਲਡ ਵੀ ਬਣਾਉਂਦੀ ਹੈ ਪਰ ਬਰਤਾਨੀਆ ਦੇ ਵਿੱਚ ਕੋਵਿਸ਼ੀਲਡ ਨਾਮ ਦਾ ਇਸਤੇਮਾਲ ਨਹੀਂ ਕਰਦੀ ਤੇ ਅਸੀਂ ਹੁਣ ਜਿਹੜੇ ਭਾਰਤੀਆਂ ਨੇ ਕੋਵਿਸ਼ੀਲਡ ਦਾ ਟੀਕਾ ਲਵਾਇਆ ਉਹਨਾਂ ਨੂੰ ਹੁਣ ਆਪਣੇ ਮੁਲਕ ਦੇ ਵਿੱਚ ਆਉਣ ਦੀ ਇਜਾਜ਼ਤ ਦੇਵਾਂਗੇ। ਕਈ ਜਿਹੜੇ ਯੂਰਪੀ ਦੇਸ਼ਾਂ ਨੇ ਯਾਤਰਾ ਦੇ ਲਈ ਕੋਵਿਸ਼ੀਲਡ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ। ਆਸਟਰੀਆ, ਜਰਮਨੀ, ਸਲੋਵੇਨੀਆ, ਗ੍ਰੀਸ, ਆਇਰਲੈਂਡ, ਸਪੇਨ, ਆਇਰਲੈਂਡ ਅਤੇ ਸਵਿਟਜ਼ਰਲੈਂਡ ਮੁਲਕਾਂ ਨੇ ਕੋਵਿਸ਼ੀਲਡ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਭਾਰਤ ਦੇ ਵਿੱਚ ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ। ਮੌਨਸੂਨ ਸੈਸ਼ਨ ਦੇ ਵਿੱਚ ਕੁੱਲ 20 ਬੈਠਕਾਂ ਹੋਣਗੀਆਂ। ਸੈਸ਼ਨ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ। ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਜਿਹੜੇ ਸਾਂਸਦ ਨੇ ਉਹਨਾਂ ਦੇ ਲਈ ਕੋਵਿਡ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਲੈਣਾ ਜ਼ਰੂਰੀ ਹੋਵੇਗਾ। ਇਕੱਲੇ ਸਾਂਸਦ ਹੀ ਨਹੀਂ, ਜਿਹੜਾ ਵੀ ਸੈਸ਼ਨ ਦੇ ਵਿੱਚ ਸ਼ਾਮਿਲ ਹੋਏਗਾ ਉਸ ਦੇ ਲਈ ਜਿਹੜਾ ਟੀਕੇ ਦੀ ਇੱਕ ਡੋਜ਼ ਲਈ ਹੋਣੀ ਜ਼ਰੂਰੀ ਹੈ। ਅਗਲੀ ਖਬਰ ਹਾਈ ਕੋਰਟ ਦੇ ਇੱਕ ਹੁਕਮ ਦੇ ਨਾਲ ਜੁੜੀ ਹੋਈ ਹੈ। ਬੰਬੇ ਹਾਈ ਕੋਰਟ ਨੇ ਬੇਘਰੇ ਅਤੇ ਭਿਖਾਰੀਆਂ ਦੇ ਲਈ ਇੱਕ ਬਿਆਨ ਜਾਰੀ ਕੀਤਾ ਹੈ ਕਿ ਇਹਨਾਂ ਲੋਕਾਂ ਨੂੰ ਵੀ ਦੇਸ਼ ਦੇ ਲਈ ਕੁਝ ਕਰਨਾ ਚਾਹੀਦਾ ਹੈ। ਸਰਕਾਰਾਂ ਇਹਨਾਂ ਦੇ ਲਈ ਸਾਰਾ ਕੁਝ ਨਹੀਂ ਕਰ ਸਕਦੀਆਂ। ਬੰਬੇ ਹਾਈ ਕੋਰਟ ਦੇ ਦੀਪਾਂਕਰ ਦੱਤਾ ਅਤੇ ਜੀਐਸ ਕੁਲਕਰਨੀ ਦੇ ਬੈਂਚ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਬਿਆਨ ਦਿੱਤਾ ਹੈ। ਦਰਅਸਲ ਬ੍ਰਿਜੇਸ਼ ਆਰੀਆ ਨੇ ਇੱਕ ਜਨਹਿਤ ਪਟੀਸ਼ਨ ਪਾ ਕੇ ਅਪੀਲ ਕੀਤੀ ਸੀ ਕਿ ਬੀਐਮਸੀ ਨੂੰ ਸ਼ਹਿਰ ਦੇ ਵਿੱਚ ਬੇਘਰੇ ਲੋਕਾਂ, ਭਿਖਾਰੀਆਂ ਅਤੇ ਗਰੀਬਾਂ ਨੂੰ 3 ਵਕਤ ਦੀ ਰੋਟੀ, ਪੀਣ ਦਾ ਪਾਣੀ, ਰਹਿਣ ਦੇ ਲਈ ਕੁਛ ਨਾ ਕੁਛ ਛੱਤ ਅਤੇ ਸਾਫ਼ ਸੁਥਰਾ ਜਨਤਕ ਪਖਾਨਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤੇ ਇਸ ਦੇ ਲਈ ਅਦਾਲਤ ਸਰਕਾਰਾਂ ਨੂੰ ਨਿਰਦੇਸ਼ ਦੇਵੇ। ਤਾਂ ਫਿਰ ਅਦਾਲਤ ਨੇ ਇਸ ਤੇ ਬਿਆਨ ਜਾਰੀ ਕੀਤਾ ਹੈ। ਕਿਹਾ ਹੈ ਜੱਜ ਨੇ ਕਿ ਬੇਘਰੇ ਲੋਕਾਂ ਨੂੰ ਵੀ ਦੇਸ਼ ਦੇ ਲਈ ਕੋਈ ਕੰਮ ਕਰਨਾ ਚਾਹੀਦਾ ਹੈ। ਹਰ ਕੋਈ ਕੰਮ ਕਰ ਰਿਹਾ ਹੈ, ਸਭ ਕੁਝ ਸੂਬਾ ਸਰਕਾਰ ਨਹੀਂ ਦੇ ਸਕਦੀ। ਤੁਸੀਂ ਸਿਰਫ ਸਮਾਜ ਦੇ ਇਸ ਵਰਗ ਦੀ ਆਬਾਦੀ ਵਧਾ ਰਹੇ ਹੋ। ਅਦਾਲਤ ਨੇ ਪਟੀਸ਼ਨ ਕਰਤਾ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇ ਪਟੀਸ਼ਨ ਦੇ ਵਿੱਚ ਕੀਤੀਆਂ ਗਈਆਂ ਸਾਰੀਆਂ ਮੰਗਾਂ ਨੂੰ ਮੰਨ ਵੀ ਲਈਏ ਤਾਂ ਇਹ ਅਜਿਹਾ ਹੋਵੇਗਾ ਜਿਵੇਂ ਲੋਕਾਂ ਨੂੰ ਕੰਮ ਨਾ ਕਰਨ ਦਾ ਸੱਦਾ ਦੇਣਾ। ਜੇ ਸਰਕਾਰਾਂ ਅਜਿਹੇ ਲੋਕਾਂ ਦਾ ਹੀ ਪਾਲਣ ਪੋਸ਼ਣ ਕਰਨ ਲੱਗ ਜਾਣਗੀਆਂ ਤਾਂ ਅਜਿਹੇ ਲੋਕਾਂ ਦੀ ਗਿਣਤੀ ਸਮਾਜ ਦੇ ਵਿੱਚ ਵੱਧਦੀ ਜਾਵੇਗੀ। ਕਿਤੇ ਨਾ ਕਿਤੇ ਜੱਜ ਸਾਹਿਬ ਦੀ ਇਹ ਟਿੱਪਣੀ ਕਾਫੀ ਜਿਹੜੀ ਸਹੀ ਵੀ ਜਾਪਦੀ ਹੈ ਕਿ ਬੇਘਰੇ ਜਾਂ ਭਿਖਾਰੀ ਨੇ ਜੇ ਉਹਨਾਂ ਨੂੰ ਤੁਸੀਂ ਦਿੰਦੇ ਰਹੋਗੇ, ਕਿਉਂਕਿ ਕਈ ਵਾਰੀ ਅਜਿਹੀਆਂ ਖਬਰਾਂ ਵੀ ਆਪਾਂ ਦੇਖਦੇ ਹਾਂ ਜਦੋਂ ਮੰਗਤੇ ਨੇ ਜਿਹੜੇ ਉਹਨਾਂ ਨੇ ਕਿੰਨੀ ਵੱਡੀ ਦੌਲਤ ਆਪਣੀ ਇਕੱਠੀ ਕੀਤੀ ਹੁੰਦੀ ਹੈ ਤੇ ਕਿਸ ਠਾਠ ਬਾਠ ਦੇ ਨਾਲ ਉਹ ਰਹਿੰਦੇ ਨੇ ਤੇ ਇਹ ਜਿਹੜਾ ਵਰਗ ਹੈ ਇਸ ਦੇ ਪਿੱਛੇ ਕੀ ਕੁਛ ਹੈ, ਇਹਨਾਂ ਨੂੰ ਕੌਣ ਸੜਕਾਂ ਦੇ ਉੱਤੇ ਖੜੇ ਕਰਦਾ ਹੈ, ਭਿਖਾਰੀ ਕੌਣ ਬਣਾਉਂਦਾ ਹੈ, ਇਸ ਦੇ ਪਿੱਛੇ ਜਿਹੜਾ ਹੈਗਾ ਪੜਤਾਲ ਕਰਨ ਦੀ ਵੀ ਬੜੀ ਲੋੜ ਹੈ। ਪਰ ਅਦਾਲਤ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਸ਼ਹਿਰ ਦੇ ਵਿੱਚ ਜਨਤਕ ਪਖਾਨੇ ਹੈਗੇ ਨੇ, ਉਹਨਾਂ ਦੀ ਇਹ ਲੋਕ ਵੀ ਵਰਤੋਂ ਕਰ ਸਕਦੇ ਨੇ। ਇਹਨਾਂ ਦੇ ਲਈ ਖਾਸ ਜੇ ਇਹ ਚੀਜ਼ਾਂ ਦੇਵਾਂਗੇ ਤਾਂ ਅਜਿਹੇ ਵਰਗ ਦੀ ਗਿਣਤੀ ਹੈ ਜਿਹੜੀ ਉਹ ਵਧਾਉਣ ਦੇ ਲਈ ਅਸੀਂ ਜ਼ਿੰਮੇਦਾਰ ਹੋਵਾਂਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।